ਜਿਹੜੇ ਇਹ ਸਕੂਲ ਨੇ ਇਹ ਪ੍ਰੀ ਇੰਡਸਟਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਨੇ। ਇਹ ਸਕੂਲਸ ਕੋ ਐਜੂਕੇਸ਼ਨਲ ਨੇ ਔਰ ਰੈਜ਼ੀਡੈਂਸ਼ੀਅਲ ਨੇ। ਪਿਛਲੇ 50 ਸਾਲ ਦੇ ਅੰਦਰ ਇਹ ਸੁਸਾਇਟੀ ਨੇ 1 ਵੀ ਰੁਪਈਆ ਨਹੀਂ ਲਿਆ ਫੀਸ ਦੇ ਅੰਦਰ ਕਿਸੇ ਬੱਚੇ ਤੋਂ। ਤੁਸੀਂ ਜੌਬ ਦੀ ਗੱਲ ਕੀਤੀ ਹੈ, ਕਿਉਂਕਿ ਇਹਨਾਂ ਨੇ ਬੱਚਿਆਂ ਨੂੰ ਸਪੈਸ਼ਲ ਤੌਰ ਤੇ ਅੱਗੇ ਜੌਬ ਲੈਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ। ਮੈਂ ਇਹ ਦੱਸਣਾ ਚਾਹਾਂਗਾ ਕਿ ਜਦੋਂ ਮਾਂ ਪਿਓ ਬੱਚਾ ਛੋਟਾ ਹੁੰਦਾ ਹੈ 5-6 ਸਾਲ ਦਾ, ਉਦੋਂ ਜਦੋਂ ਬੱਚੇ ਨੂੰ ਇੱਥੇ ਐਡਮਿਸ਼ਨ ਲਈ ਲੈ ਕੇ ਆਉਂਦੇ ਹਨ ਤਾਂ ਉਹ ਕਹਿੰਦੇ ਨੇ ਜੀ ਕਿ ਇਹ ਤਾਂ ਸਾਡੇ ਉੱਤੇ ਇੱਕ ਲਾਇਬਿਲਟੀ ਹੈ, ਕਿ ਇਹ ਤਾਂ ਸਾਡੇ ਉੱਤੇ ਇੱਕ ਲਾਇਬਿਲਟੀ ਹੈ, ਕਿ ਇਹਨੇ ਕਿਹੜਾ ਸਾਨੂੰ ਕੋਈ ਕਮਾਈ ਕਰਕੇ ਦੇਣਾ ਹੈ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਆਓ ਗੱਲਾਂ ਕਰੀਏ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਕਿਸੇ ਖਾਸ ਸ਼ਖਸੀਅਤ ਦੇ ਨਾਲ ਹਰ ਵਾਰ ਤੁਹਾਨੂੰ ਜਿਹੜਾ ਅਸੀਂ ਗੱਲਬਾਤ ਕਰਵਾਉਂਦੇ ਹਾਂ। ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਸ਼ਖਸੀਅਤ ਨੇ ਕਰਨਲ ਕਰਮਿੰਦਰ ਸਿੰਘ ਜੀ, ਜੋ ਕਿ ਲੰਬੇ ਸਮੇਂ ਤੋਂ ਡੈਫ ਐਂਡ ਬਲਾਈਂਡ ਜਿਹੜਾ ਸਕੂਲ ਆ ਉਹ ਚਲਾ ਰਹੇ ਨੇ। ਸੋ ਅਸੀਂ ਗੱਲਬਾਤ ਵੀ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਸਕੂਲ ਦੀ ਗੱਲ ਕੀਤੀ ਜਾਵੇ, ਸਕੂਲ ਦੀ ਸਥਾਪਨਾ ਕਦੋਂ ਹੋਈ ਤੇ ਸਕੂਲ ਨੂੰ ਕੌਣ ਚਲਾ ਰਿਹਾ, ਕਿਹੜੀ ਸੰਸਥਾ ਹੈ? ਸਰ, ਇਹ ਸਕੂਲ ਜਿਹੜੇ ਨੇ ਇਹ ਮੇਰੇ ਪਿਤਾ ਜੀ ਨੇ 1967 ਦੇ ਅੰਦਰ ਸ਼ੁਰੂ ਕੀਤੇ ਸੀਗੇ ਔਰ ਕਈ ਚੀਜ਼ਾਂ ਇਤਫਾਕ ਦੇ ਨਾਲ ਸ਼ੁਰੂ ਹੁੰਦੀਆਂ। ਇੱਕ ਦਿਨ ਮੇਰੇ ਪਿਤਾ ਜੀ ਸੈਰ ਲਈ ਜਾ ਰਹੇ ਸੀ ਔਰ ਉਹਨਾਂ ਨੇ ਨਹਿਰ ਦੇ ਕਿਨਾਰੇ 2 ਨੇਤਰਹੀਨ ਬੱਚੇ ਬੈਠੇ ਦੇਖੇ ਔਰ ਉਹਨਾਂ ਨੇ ਜਾ ਕੇ ਪੁੱਛਿਆ ਕਿ ਤੁਸੀਂ ਕਾਕਾ ਇੱਥੇ ਕਿਉਂ ਬੈਠੇ ਹੋ? ਤਾਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਕੋਈ ਨੇੜੇ ਪਿੰਡਾਂ ਤੋਂ ਆਏ ਹਾਂ ਔਰ ਸਾਡੀ ਖਾਹਿਸ਼ ਹੈ ਕਿ ਅਸੀਂ ਕਿਸੇ ਚੰਗੇ ਸਕੂਲ 'ਚ ਜਾਈਏ ਔਰ ਅਸੀਂ ਆਪਣੀ ਪੜ੍ਹਾਈ ਲਿਖਾਈ ਕਰ ਸਕੀਏ, ਪਰ ਸਾਨੂੰ 2 ਦਿਨ ਹੋ ਗਏ ਨੇ ਐਵੇਂ ਧੱਕੇ ਖਾਂਦਿਆਂ ਨੂੰ, ਪਰ ਸਾਨੂੰ ਕੋਈ ਸਕੂਲ ਨਹੀਂ ਮਿਲਿਆ। ਤਾਂ ਮੇਰੇ ਪਿਤਾ ਜੀ ਉਹਨਾਂ ਦਾ ਹੱਥ ਫੜਿਆ ਅਤੇ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਮੇਰੇ ਨਾਲ ਆਓ। ਉਹ ਉਹਨਾਂ ਨੂੰ ਆਪਣੇ ਘਰ ਲੈ ਆਏ ਔਰ ਲਿਆ ਕੇ ਉਹਨਾਂ ਨੂੰ ਕਮਰਾ ਦਿੱਤਾ ਔਰ ਕਿਹਾ ਕਿ ਤੁਸੀਂ ਇੱਥੇ ਰਹੋ ਜਦੋਂ ਤੱਕ ਤੁਹਾਡੀ ਵਿੱਦਿਆ ਦਾ ਪਾਲਣ ਦਾ ਕੋਈ ਸਕੂਲ ਨਹੀਂ ਮਿਲਦਾ ਜਾਂ ਕੋਈ ਸਾਧਨ ਨਹੀਂ ਹੁੰਦਾ। ਇਹ ਸੀ ਸ਼ੁਰੂਆਤ ਇਹਨਾਂ ਸਕੂਲਾਂ ਦੀ। ਮੇਰੇ ਪਿਤਾ ਜੀ ਫਿਰ ਸਾਰੇ ਕਿਤੇ ਗਏ ਪੰਜਾਬ ਦੇ ਅੰਦਰ, ਦਿੱਲੀ ਤੱਕ, ਪਰ ਉਹਨਾਂ ਨੂੰ ਇਹਨਾਂ ਬੱਚਿਆਂ ਦੇ ਲਈ ਕੋਈ ਸਕੂਲ ਨਹੀਂ ਮਿਲਿਆ। ਤਾਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਇੱਕ ਆਪਣੀ ਬਿਲਡਿੰਗ ਇਸ ਸਕੂਲ ਨੂੰ ਦੇ ਕੇ ਅਤੇ ਉੱਥੇ ਇਹ ਸਕੂਲ ਨੂੰ ਮੈਂ ਸ਼ੁਰੂ ਕਰਾਂਗਾ ਔਰ ਇਹਦੀ ਸਥਾਪਨਾ 16 ਅਪ੍ਰੈਲ 1967 ਨੂੰ ਹੋਈ ਔਰ ਸਾਨੂੰ ਹੁਣ 56 ਸਾਲ ਹੋ ਗਏ ਨੇ ਇਸ ਖੇਤਰ ਦੇ ਅੰਦਰ ਇਹਨਾਂ ਬੱਚਿਆਂ ਦੀ ਸੇਵਾ ਕਰਦੇ ਹੋਏ। ਕਰਨਲ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਤੁਸੀਂ ਆਪਣੇ ਪਿਤਾ ਤੋਂ ਜਿਹੜੀ ਹੈ ਸਾਰੀ ਕਹਾਣੀ ਸੁਣੀ, ਉਸ ਤੋਂ ਬਾਅਦ ਫਿਰ ਤੁਸੀਂ ਕਦੋਂ ਰਿਹਾ ਸਕੂਲ ਦੇ ਵਿੱਚ ਸੇਵਾ ਨਿਭਾਉਣ ਲੱਗੇ? ਫਿਰ ਜਦੋਂ ਮੇਰੇ ਪਿਤਾ ਜੀ ਬਜ਼ੁਰਗ ਹੋ ਗਏ ਤਾਂ ਮੈਂ ਫੌਜ ਦੇ ਵਿੱਚ ਸੀ। ਫੁੱਲ ਕਰਨਲ ਦੀ ਰੈਂਕ ਸੀ ਮੇਰੀ, ਅਗਲੀ ਪ੍ਰਮੋਸ਼ਨ ਵੀ ਹੋਣ ਵਾਲੀ ਸੀ, ਪਰ ਉਹਨਾਂ ਨੇ ਕਿਹਾ ਕਿ ਨਹੀਂ ਬੇਟਾ, ਇਹ ਕੰਮ ਬਹੁਤ ਜ਼ਰੂਰੀ ਹੈ ਇਹਨਾਂ ਬੱਚਿਆਂ ਦੇ ਲਈ ਔਰ ਤੂੰ ਫੌਜ ਛੱਡ ਕੇ ਘਰ ਆ। ਤਾਂ 1992 ਦੇ ਵਿੱਚ ਮੈਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਕੇ ਆ ਕੇ ਸਕੂਲ ਦੇ ਨਾਲ ਜੁੜਿਆ। ਜੀ ਬਿਲਕੁਲ, ਦੇਸ਼ ਦੀ ਸੇਵਾ ਦੇ ਨਾਲ ਨਾਲ ਤੁਸੀਂ ਇਹਨਾਂ ਬੱਚਿਆਂ ਦੀ ਵੀ ਜਿਹੜੀ ਆ ਉਹ ਸੇਵਾ ਕਰਨੀ ਜਿਹੜੀ ਆ ਸ਼ੁਰੂ ਕਰ ਦਿੱਤੀ। ਹਾਂਜੀ ਬਿਲਕੁਲ, ਉਦੋਂ ਤੋਂ ਹੀ 1992 ਤੋਂ ਮੈਂ ਇਹਨਾਂ ਸਕੂਲਾਂ ਦੇ ਨਾਲ, ਇਹਨਾਂ ਬੱਚਿਆਂ ਦੇ ਨਾਲ ਜੁੜਿਆ ਹੋਇਆ ਹਾਂ। ਉਦੋਂ ਇਹ ਸਕੂਲ ਪਟਿਆਲੇ ਅਮਰ ਆਸ਼ਰਮ ਦੇ ਨਾਲ ਇੱਕ ਸਾਡਾ ਹੋਸਟਲ ਸੀ ਪੁਰਾਣਾ, ਉਹਦੇ ਵਿੱਚ ਇਹ ਸਕੂਲ ਦੀ ਸਥਾਪਨਾ ਹੋਈ ਸੀ ਔਰ ਫਿਰ ਉੱਥੇ ਇਹ ਸਕੂਲ ਤਕਰੀਬਨ 42 ਸਾਲ ਰਿਹਾ। ਪਰ ਮੇਰੀ ਇਹ ਅੰਦਰੋਂ ਜ਼ਮੀਰ ਕਹਿੰਦੀ ਸੀ ਕਿ ਇਹ ਸਕੂਲ ਦੀ ਜਗ੍ਹਾ
ਇਹਨਾਂ ਬੱਚਿਆਂ ਲਈ ਠੀਕ ਨਹੀਂ ਹੈ। ਔਰ ਮੈਂ ਸੋਚਦਾ ਸੀ ਕਿ ਜੇ ਮੇਰੇ ਬੱਚੇ ਇੱਕ ਬਹੁਤ ਚੰਗੇ ਪਬਲਿਕ ਸਕੂਲ ਦੇ ਅੰਦਰ ਪੜ੍ਹੇ ਹਨ ਤਾਂ ਇਹਨਾਂ ਬੱਚਿਆਂ ਲਈ ਅਸੀਂ ਕਿਉਂ ਨਹੀਂ ਇਹੋ ਜਿਹੀ ਕੋਈ ਸੰਸਥਾ ਕਾਇਮ ਕਰ ਸਕਦੇ। ਔਰ ਵਾਹਿਗੁਰੂ ਦੀ ਬੜੀ ਮਿਹਰ ਹੋਈ ਔਰ ਇਹ ਜਿਹੜਾ ਸੁਪਨਾ ਸੀ ਮੇਰਾ ਇਹ ਸਾਕਾਰ ਹੋਇਆ। 2004 13 ਜਨਵਰੀ ਨੂੰ ਇੱਥੋਂ ਦੇ ਇੱਕ ਲੋਕਲ ਜ਼ਿਮੀਂਦਾਰ ਬਲਵਿੰਦਰ ਸਿੰਘ ਸੈਫਦੀਪੁਰ ਉਹ ਸਕੂਲ ਦੇ ਵਿੱਚ ਆਏ ਔਰ ਆ ਕੇ ਤਾਂ ਉਹਨਾਂ ਨੇ ਕੁਛ ਮਠਿਆਈ ਵਗੈਰਾ ਵੰਡੀ ਸੀ, ਪਰ ਉਹ ਦੇਖ ਕੇ ਇਹਨਾਂ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਤਾਂ ਮੈਂ ਕਿਹਾ ਜੀ ਇਹਨਾਂ ਬੱਚਿਆਂ ਨੂੰ ਅਸੀਂ ਬਹੁਤ ਚੰਗੀ ਵਿੱਦਿਆ ਦੇਣਾ ਚਾਹੁੰਦੇ ਹਾਂ ਔਰ ਸਾਨੂੰ ਕੁਝ ਜ਼ਮੀਨ ਦੀ ਲੋੜ ਹੈ ਜਿੱਥੇ ਕਿ ਅਸੀਂ ਇੱਕ ਨਵੀਂ ਬਿਲਡਿੰਗ ਬਣਾ ਕੇ ਇਹ ਕੰਮ ਨੂੰ ਸ਼ੁਰੂ ਕਰ ਸਕੀਏ। ਔਰ ਉਦੋਂ ਹੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ 4000 ਗਜ ਜਗ੍ਹਾ ਦਾਨ ਕਰਾਂਗਾ ਔਰ ਤੁਸੀਂ ਉਹਦੀ ਆ ਕੇ ਰਜਿਸਟਰੀ ਕਰਾ ਲਓ। ਯਾਨੀ ਕਿ ਬਲਵਿੰਦਰ ਸਿੰਘ ਨੇ ਜਿਹੜਾ ਇਹ ਜਗ੍ਹਾ ਦਾਨ ਕੀਤੀ, ਉਸ ਤੋਂ ਬਾਅਦ ਜਿਹੜਾ ਸਕੂਲ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ। ਹਾਂਜੀ, 2004 ਦੀ ਇਹ ਗੱਲ ਹੈ ਔਰ 2005 ਨੂੰ 13 ਜਨਵਰੀ ਨੂੰ ਹੋਈ। ਉਸੇ ਦਿਨ ਇੱਕ ਮੀਆਂ ਬੀਬੀ ਆਏ ਸਾਡੇ ਸਕੂਲ ਦੇ ਅੰਦਰ, ਇੱਕ ਕਪਲ ਆਏ ਔਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਸਕੂਲ ਦੇਖਣਾ। ਉਹਨਾਂ ਨੇ ਕੁਛ ਨਹੀਂ ਦੱਸਿਆ ਕਿ ਉਹ ਕੌਣ ਨੇ ਔਰ ਅਸੀਂ ਉਹਨਾਂ ਨੂੰ, ਮੈਂ ਔਰ ਮੇਰੇ ਪ੍ਰਿੰਸੀਪਲ ਰੇਨੂ ਸਿੰਗਲਾ ਜਿਹੜੇ ਹੁਣ ਵੀ ਇੱਥੇ ਨੇ, ਅਸੀਂ ਉਹਨਾਂ ਨੂੰ ਪੂਰਾ ਸਕੂਲ ਦਿਖਾਇਆ। ਦੇਖ ਕੇ ਉਹਨਾਂ ਨੇ ਕੁਛ ਨਹੀਂ ਬੋਲਿਆ ਔਰ 2 ਘੰਟੇ ਸਕੂਲ ਦੇ ਅੰਦਰ ਰਹੇ ਔਰ ਚਲੇ ਗਏ। ਫਿਰ ਉਹ ਸ਼ਾਮ ਨੂੰ ਆਏ, ਸ਼ਾਮ ਨੂੰ ਦੇਖ ਕੇ ਚਲੇ ਗਏ। 3 ਦਿਨ ਉਹ ਐਵੇਂ ਹੀ ਲਗਾਤਾਰ ਆਉਂਦੇ ਰਹੇ, ਕਦੀ ਸਵੇਰੇ, ਕਦੀ ਦੁਪਹਿਰ ਨੂੰ, ਕਦੀ ਰਾਤ ਨੂੰ। ਚੌਥੇ ਦਿਨ ਉਹਨਾਂ ਨੇ ਕਿਹਾ ਕਿ ਮੈਂ ਹਾਂ ਪ੍ਰੇਮਪੁਰੀ ਔਰ ਇਹ ਮੇਰੇ ਮਿਸਿਸ ਨੇ, ਅਸੀਂ USA ਤੋਂ ਆਏ ਹਾਂ ਔਰ ਅਸੀਂ ਹੁਣ ਤੁਹਾਡਾ ਪੂਰਾ ਕੰਮ ਦੇਖ ਕੇ ਇਹ ਡਿਸਾਈਡ ਕੀਤਾ ਕਿ ਸਕੂਲ ਨੂੰ ਮੈਂ ਤੁਹਾਨੂੰ ਰਾਸ਼ੀ ਦਿਆਂਗਾ ਇਹਦੀ ਬਿਲਡਿੰਗ ਬਣਾਉਣ ਦੇ ਲਈ ਔਰ ਇਹ ਤਾਂ ਕਿ ਇੱਕ ਬਹੁਤ ਚੰਗਾ ਸਕੂਲ ਇਸ ਦੁਨੀਆ ਦੇ ਅੰਦਰ ਬਣ ਸਕੇ। ਉਹ ਸੀ ਸ਼ੁਰੂਆਤ। ਸਾਡਾ ਜਿਹੜਾ ਰਿਸ਼ਤਾ ਬਣਿਆ ਪ੍ਰੇਮਪੁਰੀ ਦੇ ਨਾਲ, ਇੰਨਾ ਜ਼ਬਰਦਸਤ ਰਿਸ਼ਤਾ ਬਣਿਆ ਕਿ ਹੁਣ ਵੀ ਉਹ ਪ੍ਰੇਮਪੁਰੀ ਜੀ ਹਰ ਸਾਲ 3-4 ਮਹੀਨੇ ਲਈ ਇੱਥੇ ਸਕੂਲ ਦੇ ਵਿੱਚ ਆ ਕੇ ਰਹਿੰਦੇ ਨੇ। ਉਹਨਾਂ ਦੇ ਨਾਮ ਸੀ ਪ੍ਰੇਮਪੁਰੀ ਔਰ ਉਹਨਾਂ ਦੇ ਨਾਮ ਦੇ ਪਿੱਛੇ ਇੱਕ ਗੈਸਟ ਹਾਊਸ ਬਣਿਆ ਹੈ ਪ੍ਰੇਮ ਕੁੰਜ, ਉੱਥੇ ਆ ਕੇ ਉਹ ਰਹਿੰਦੇ ਨੇ ਔਰ ਉਹਨਾਂ ਦੇ ਅੱਗੋਂ ਬੱਚੇ, ਉਹਨਾਂ ਦੇ ਗ੍ਰੈਂਡ ਡਾਟਰਸ, ਗ੍ਰੈਂਡ ਸਨਸ, ਉਹ ਸਾਰੇ ਇੱਥੇ ਸਕੂਲ ਦੇ ਵਿੱਚ ਆਉਂਦੇ ਨੇ ਔਰ ਹਰ ਸਾਲ ਉਹ ਆਉਂਦੇ ਨੇ ਤਾਂ ਕਿ ਸਾਡਾ ਜਿਹੜਾ ਲਿੰਕ ਹੈ ਉਹ ਬਣਿਆ ਰਹੇ। ਜੀ ਬਿਲਕੁਲ ਕਰਨਲ ਜੀ, ਜਿਸ ਤਰ੍ਹਾਂ ਗੱਲ ਕੀਤੀ ਜਾਵੇ ਬੱਚਿਆਂ ਦੀ, ਇੱਥੇ ਕਿੰਨੇ ਕੁ ਬੱਚੇ ਨੇ, ਕਿਹੜੇ ਕੈਟਾਗਰੀ ਦੇ ਬੱਚੇ ਨੇ ਉਰੇ? ਸਾਡੇ ਕੋਲੇ ਬੱਚੇ ਇੱਥੇ 3 ਕੈਟਾਗਰੀ ਦੇ ਨੇ। ਇੱਕ ਹਨ ਗੂੰਗੇ ਬੋਲੇ, ਡੈਫ, ਦੂਸਰਾ ਹੈ ਨੇਤਰਹੀਨ, ਬਲਾਈਂਡ ਔਰ ਤੀਸਰਾ ਹੈ ਜਿਹੜੇ ਬੱਚੇ ਗੂੰਗੇ ਬੋਲੇ ਵੀ ਨੇ, ਬੋਲ ਵੀ ਨਹੀਂ ਸਕਦੇ, ਸੁਣ ਵੀ ਨਹੀਂ ਸਕਦੇ ਔਰ ਦੇਖ ਵੀ ਨਹੀਂ ਸਕਦੇ, ਡੈਫ ਬਲਾਈਂਡ ਕੈਟਾਗਰੀ। ਇਹ 3 ਕੈਟਾਗਰੀ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ। ਕਰਨਲ, ਜਿਸ ਤਰ੍ਹਾਂ ਗੱਲ ਕੀਤੀ ਜਾਵੇ, ਕਿਉਂਕਿ ਇੰਨਾ ਵੱਡਾ ਸੰਸਥਾਵਾਂ ਨੂੰ ਚਲਾਉਣਾ ਬੜਾ ਔਖਾ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਪਹਿਲਾਂ ਦੇਸ਼ ਦੀ ਸੇਵਾ ਕੀਤੀ, ਉਸ ਤੋਂ ਫਿਰ ਸਕੂਲ ਦੇ ਵਿੱਚ ਆਏ, ਕਿਉਂਕਿ ਤੁਸੀਂ ਆਪਣਾ ਜਿਹੜਾ ਪਿਤਾ ਤੋਂ ਜਿਹੜਾ ਹੈ ਇਹ ਸਾਰਾ ਕੁਝ ਸਿੱਖਣ ਤੋਂ ਬਾਅਦ ਜਿਹੜਾ ਫਿਰ ਤੁਸੀਂ ਸਕੂਲ ਦੇ ਵਿੱਚ ਆਏ। ਤੁਹਾਨੂੰ ਲੱਗਦਾ ਨਹੀਂ ਜਿਵੇਂ ਇੰਨਾ ਜਿਹੜੀ ਸੰਸਥਾ ਹੁੰਦੀ ਹੈ ਚਲਾਉਣਾ ਬੜਾ ਔਖਾ ਹੁੰਦਾ ਹੈ, ਕਿਉਂਕਿ ਲੋਕਾਂ ਤੋਂ ਪੈਸਾ ਲੈਣਾ ਵੀ ਬੜਾ ਔਖਾ ਹੁੰਦਾ ਹੈ, ਫਿਰ ਕਿਵੇਂ ਸਕੂਲ ਨੂੰ ਤੁਸੀਂ ਮੈਨੇਜ ਕਰਦੇ ਹੋ, ਕਿਵੇਂ ਚਲਾਉਂਦੇ ਹੋ ਉਹਨੂੰ? ਦੇਖੋ, ਸਾਡੀ ਸੰਸਥਾ ਬਣੀ ਹੋਈ ਹੈ ਸੋਸਾਇਟੀ ਫॉर ਵੈਲਫੇਅਰ ਆਫ ਦਾ ਹੈਂਡੀਕੈਪ, ਜਿਹਦੀ ਮੈਂ ਪਹਿਲਾਂ ਦੱਸਿਆ ਕਿ ਇਹ 1967 ਦੇ ਅੰਦਰ ਬਣੀ ਸੀ ਔਰ ਉਦੋਂ ਦੀ ਜਿਹੜੀ ਇਹ ਸੋਸਾਇਟੀ ਹੈ ਇਹ ਸੰਸਥਾ ਨੂੰ ਚਲਾ ਰਹੀ ਹੈ। ਔਰ ਅੱਜ ਦੀ ਡੇਟ ਦੇ ਅੰਦਰ ਇਹ ਸੋਸਾਇਟੀ ਦੇ ਹੇਠਾਂ 4 ਡਿਫਰੈਂਟ ਚੀਜ਼ਾਂ ਚੱਲਦੀਆਂ ਨੇ। ਪਟਿਆਲਾ ਸਕੂਲ ਫॉर ਦਾ ਡੈਫ, ਪਟਿਆਲਾ ਸਕੂਲ ਫॉर ਦਾ ਬਲਾਈਂਡ, ਪਟਿਆਲਾ ਸਕੂਲ ਫॉर ਦਾ ਡੈਫ ਬਲਾਈਂਡ ਔਰ ਪਟਿਆਲਾ अर्ਲੀ ਇੰਟਰਵੈਂਸ਼ਨ ਸੈਂਟਰ ਫॉर ਡੈਫ ਇਨਫੈਂਟਸ। ਇਹ 4 ਸੰਸਥਾ ਅੱਜ ਇਹ ਸੋਸਾਇਟੀ ਚਲਾ ਰਹੀ ਹੈ ਔਰ ਇਸ सोसाइटी के अंदर पूरे डेमोक्रेटिकली प्रेजिडेंट, सैकटरी, वाइस प्रेजिडेंट, ट्रेजरर, मैंबरस, ये 15 मैंबरों की सारी टीम है जी कि साझे तौर के उत्ते मिल के इस पूरी सोसाइटी को चला रही है और पूरे फैसले लेती है।
ਜੀ ਬਿਲਕੁਲ ਕਰਨਾ, ਜਿਸ ਤਰ੍ਹਾਂ ਗੱਲ ਕੀਤੀ ਜਾਵੇ ਸਕੂਲ ਦੀ ਕਿੰਨਾ ਕੁ ਸਟਾਫ ਹੈ, ਜੇ ਟੀਚਰ ਦੀ ਗੱਲ ਕੀਤੀ ਜਾਵੇ, ਕਿਉਂਕਿ ਇਹਨਾਂ ਦੀ ਬੱਚਿਆਂ ਦੀ ਜਿਹੜੀ ਪੜ੍ਹਾਈ ਹੁੰਦੀ ਹੈ ਉਹ ਸਪੈਸ਼ਲ ਹੁੰਦੀ ਹੈ, ਟ੍ਰੇਨਿੰਗ ਲੈਣੀ ਪੈਂਦੀ ਹੈ, ਕਿੰਨਾ ਕੁ ਸਟਾਫ ਹੈ ਤੇ ਬੱਚੇ ਜਿਹੜੇ ਟੀਚਰ ਨੇ ਉਹ ਕਿੱਥੋਂ ਟ੍ਰੇਨਿੰਗ ਲੈ ਕੇ ਆਏ ਪਏ ਨੇ ਉਹ? ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਇਹ ਸਕੂਲ ਨੇ ਇਹ ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਨੇ, ਔਰ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਬੱਚਿਆਂ ਦੇ ਨਾਲ ਲਿੰਕ ਰੱਖਦੇ ਹਾਂ ਤਾਂ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਦੇ ਅੰਦਰ ਸਫਲ ਹੋ ਜਾਣ ਔਰ ਉਹ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਜਾਣ। ਇਹ ਸਕੂਲਸ ਕੋ ਐਜੂਕੇਸ਼ਨਲ ਨੇ ਔਰ ਰੈਜ਼ੀਡੈਂਸ਼ੀਅਲ ਨੇ। ਸਾਡੇ ਪਾਸ ਅੱਜ ਦੀ ਡੇਟ ਦੇ ਅੰਦਰ 450 ਬੱਚੇ ਨੇ ਔਨ ਦੀ ਰੋਲਸ, ਜਿਨ੍ਹਾਂ ਦੇ ਵਿੱਚੋਂ 370 ਬੱਚੇ ਸਾਡੇ ਹੋਸਟਲ ਦੇ ਵਿੱਚ ਰਹਿੰਦੇ ਨੇ। ਸਾਡੇ ਪਾਸ ਅਲੱਗ ਹੋਸਟਲ ਹੈ ਬॉयज़ ਦਾ, ਅਲੱਗ ਹੋਸਟਲ ਹੈ ਗਰਲਸ ਦਾ। ਬਹੁਤ ਵਧੀਆ ਸੁਵਿਧਾ ਬੱਚਿਆਂ ਨੂੰ ਦਿੱਤੀ ਹੋਈ ਹੈ। ਔਰ ਮੈਂ ਨਾਲ ਹੀ ਇਹ ਵੀ ਦੱਸਣਾ ਚਾਹਾਂਗਾ ਕਿ ਪਿਛਲੇ 50 ਸਾਲ ਦੇ ਅੰਦਰ ਇਹ ਸੁਸਾਇਟੀ ਨੇ ਇੱਕ ਵੀ ਰੁਪਈਆ ਨਹੀਂ ਲਿਆ ਫੀਸ ਦੇ ਅੰਦਰ ਕਿਸੇ ਬੱਚੇ ਤੋਂ। ਇਹ ਪੂਰਾ ਪਰਮਾਤਮਾ ਦੀ ਮਿਹਰ ਦੇ ਨਾਲ ਸਾਨੂੰ ਦਾਨ ਮਿਲ ਰਿਹਾ ਹੈ ਔਰ ਉਹਦੇ ਸਿਰ ਸਹਾਰੇ ਤੇ ਹੀ ਇਹ ਸਕੂਲ ਹਲੇ ਵੀ ਚੱਲ ਰਿਹਾ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਸਕੂਲ ਦੀ, ਜੇਕਰ ਟੀਚਰਾਂ ਦੀ ਗੱਲ ਕੀਤੀ ਜਾਵੇ, ਕਿਹੜੇ ਸ਼ਹਿਰਾਂ ਤੋਂ ਟੀਚਰ ਹੋ ਰਹੇ ਜਿਹੜੇ ਪੜ੍ਹਾਈ ਕਰਨ ਵਾਸਤੇ ਜਿਹੜਾ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਉਂਦੇ ਨੇ, ਤੇ ਕਿਸ ਤਰ੍ਹਾਂ ਜਿਹੜਾ ਪੜ੍ਹਾਈ ਹੁੰਦੀ ਹੈ? ਕਿ ਜੇ ਕਲਾਸਾਂ ਦੀ ਗੱਲ ਕੀਤੀ ਜਾਵੇ ਬੱਚਿਆਂ ਦੀ, ਤਾਂ ਦੱਸਿਆ ਜਾਂਦਾ ਕਿ ਜਿਹੜੇ ਇਹ ਸਪੈਸ਼ਲ ਬੱਚੇ ਹੁੰਦੇ ਨੇ ਤਾਂ ਇਹਨਾਂ ਦੀਆਂ ਜਿਹੜੀਆਂ ਕਲਾਸਾਂ ਨੇ ਉਹ ਡਬਲ ਹੁੰਦੀਆਂ ਨੇ। ਕੋਈ ਇਸ ਤਰ੍ਹਾਂ ਦਾ ਵੀ ਹੈ ਕੁਝ? ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਪਾਸ 450 ਬੱਚੇ ਨੇ ਉਹਦੇ ਵਿੱਚ ਪੰਜਾਬ ਤੋਂ ਸਿਰਫ 142 ਬੱਚੇ ਨੇ। ਬਾਕੀ ਦੇ ਬੱਚੇ ਸਾਡੇ ਪਾਸ ਇੱਥੇ 13 ਸਟੇਟਸ ਤੋਂ ਇਹ ਸਕੂਲ ਦੇ ਅੰਦਰ ਆਏ ਨੇ ਫ੍ਰੀ ਵਿੱਦਿਆ ਪ੍ਰਾਪਤ ਕਰਨ ਦੇ ਲਈ। ਔਰ ਇਹ ਸਟੇਟਸ ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ। ਮੇਘਾਲਿਆ ਤੋਂ ਬੱਚੇ ਨੇ, ਝਾਰਖੰਡ, ਛੱਤੀਸਗੜ੍ਹ, ਬਿਹਾਰ, ਯੂਪੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮਤਲਬ ਕਿ ਇਹਨਾਂ ਸਾਰੀਆਂ ਸਟੇਟਸ ਦੇ ਸਾਡੇ ਪਾਸ ਬੱਚੇ ਇੱਥੇ ਨੇ। ਔਰ ਇਸ ਕਰਕੇ ਇਹਨਾਂ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹ ਵੀ ਇੱਕ ਬੜੀ ਸਪੈਸ਼ਲ ਹੈ। ਕੋਈ ਹਿੰਦੀ ਦੇ ਵਿੱਚ ਪੜ੍ਹਾਈ ਕਰਦਾ ਹੈ, ਕੋਈ ਪੰਜਾਬੀ ਦੇ ਅੰਦਰ ਪੜ੍ਹਾਈ ਕਰਦਾ ਹੈ। ਔਰ ਸਾਡੇ ਪਾਸ ਇੱਥੇ 100% ਜਿਹੜਾ ਸਟਾਫ ਹੈ ਉਹ ਸਪੈਸ਼ਲੀ ਕੁਆਲੀਫਾਈਡ ਸਟਾਫ ਹੈ ਜਿਨ੍ਹਾਂ ਨੇ ਡਿਪਲੋਮਾ, ਬੀਐਡ ਜਾਂ ਐਮਐਡ ਕੀਤੀ ਹੋਈ ਹੈ। ਔਰ ਸਾਡੇ ਪਾਸ ਇੱਥੇ ਹੁਣ 35 ਟੀਚਰਸ ਨੇ ਇਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ। ਔਰ ਟੋਟਲ ਸਾਡੀ ਜਿਹੜੀ ਨਫਰੀ ਹੈ EMPLOYEES ਦੀ ਉਹ 72 ਹੈ। ਬਾਕੀ ਦਾ ਜਿਹੜਾ ਸਪੋਰਟਿੰਗ ਸਟਾਫ ਹੈ ਉਹ ਹੈ ਜਿਵੇਂ ਕਿ ਇਹਨਾਂ ਦੀਆਂ ਮੇਟਰਸ ਨੇ, ਵਾਰਡਰਸ ਨੇ, ਇਹਨਾਂ ਦੇ ਰਖਵਾਲੇ ਨੇ, ਲੰਗਰ ਦਾ ਕੰਮ, ਕਿਚਨ ਦਾ ਕੰਮ ਔਰ ਹੋਰ ਜਿਹੜੇ ਬਾਕੀ ਦੀ ਮੇਨਟੇਨੈਂਸ ਹੈ ਉਹਦੇ ਵਿੱਚ ਵੀ ਸਾਡੇ ਤਕਰੀਬਨ 32 ਤੋਂ 33 EMPLOYEES ਕੰਮ ਕਰਦੇ। ਜੀ ਬਿਲਕੁਲ। ਐਕਟੀਵਿਟੀ ਦੀ ਗੱਲ ਕੀਤੀ ਜਾਵੇ, ਕਿਉਂਕਿ ਹਰ ਇੱਕ ਸਕੂਲ ਦੇ ਵਿੱਚ ਐਕਟੀਵਿਟੀਆਂ ਜਿਹੜੀਆਂ ਨੇ ਉਹ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ, ਕਿ ਤੁਹਾਡੇ ਸਕੂਲ ਦੇ ਵਿੱਚ ਵੀ ਇਹਨਾਂ ਸਪੈਸ਼ਲ ਬੱਚਿਆਂ ਦੇ ਵਾਸਤੇ ਕੋਈ ਐਕਟੀਵਿਟੀ ਹੁੰਦੀ ਹੈ ਜਾਂ ਕੋਈ ਅਲੱਗ ਤਰੀਕੇ ਨਾਲ ਕਰਵਾਉਂਦੇ ਹੋ ਕੁਝ? ਦੇਖੋ, ਸਾਡੇ ਸਕੂਲ ਦੇ ਅੰਦਰ ਇਹ ਮੈਂ ਰੱਖਿਆ ਹੋਇਆ ਹੈ ਕਿ ਹਰ ਸ਼ਨੀਵਾਰ ਨੂੰ ਸਾਡਾ ਐਕਟੀਵਿਟੀ ਡੇ ਹੁੰਦਾ ਹੈ। ਔਰ ਇਹ ਬੱਚੇ ਜਿਹੜੀ ਐਕਟੀਵਿਟੀ ਦੇ ਅੰਦਰ ਹਿੱਸਾ ਲੈਂਦੇ ਨੇ ਉੱਥੇ ਸਭ ਤੋਂ ਉੱਪਰ ਦਰਜੇ ਦੇ ਉੱਤੇ ਆਉਂਦੇ ਨੇ ਔਰ ਨੰਬਰ 1 ਪੋਜੀਸ਼ਨ ਹਾਜ਼ਰ ਕਰਕੇ ਆਉਂਦੇ ਹਨ। ਹੁਣ ਇਸੀ ਸਾਲ ਇੱਕ ਬੈਂਗਲੌਰ ਦੀ ਇੱਕ ਸੰਸਥਾ ਹੈ ਐਨੇਬਲ ਇੰਡੀਆ, ਉਹਨਾਂ ਨੇ ਆਲ ਓਵਰ ਇੰਡੀਆ ਲੈਵਲ ਦਾ ਇੱਕ ਬਲਾਈਂਡ ਬੱਚਿਆਂ ਦਾ ਕੰਪੀਟੀਸ਼ਨ ਰੱਖਿਆ ਸੀ। ਇਹ ਕੰਪੀਟੀਸ਼ਨ ਸੀਗਾ ਕਿ ਜਿਹੜੇ ਬੱਚੇ ਨੇ ਉਹ ਪੜ੍ਹਾਈ ਤਾਂ ਕਰਦੇ ਨੇ ਆਪਣੀਆਂ ਬ੍ਰੇਲ ਦੀਆਂ ਕਿਤਾਬਾਂ ਤੋਂ, ਪਰ ਉਹਦੇ ਨਾਲ ਉਹਨਾਂ ਦੀ ਇੰਨੀ ਨੌਲੇਜ ਨਹੀਂ ਵੱਧਦੀ। ਤਾਂ ਜਿਹੜੀ ਲਿਖਾਈ ਪੜ੍ਹਾਈ ਅਸੀਂ ਉਹਨਾਂ ਨੂੰ ਬ੍ਰੇਲ ਦੀਆਂ ਬੁੱਕਸ ਤੋਂ ਕਰਵਾਉਂਦੇ ਹਾਂ ਕਿ ਉਹਨੂੰ ਅਸੀਂ ਪ੍ਰੈਕਟੀਕਲੀ ਕਿਵੇਂ ਰੂਪ ਦੇ ਕੇ ਕਰ ਸਕਦੇ ਹਾਂ। ਜਿਵੇਂ ਕਿ ਇਹ ਹੈ, ਇਹ ਵੀ ਸਾਡੇ ਬੱਚਿਆਂ ਨੇ ਉਸ ਕੰਪੀਟੀਸ਼ਨ ਦੇ ਲਈ ਤਿਆਰ ਕੀਤੀ ਸੀ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡਾ ਸਕੂਲ ਪੂਰੇ ਇੰਡੀਆ ਦੇ ਅੰਦਰ ਫਸਟ ਪੋਜੀਸ਼ਨ 'ਤੇ ਆਇਆ ਸੀ। ਔਰ ਜਿਹੜੇ ਮਿਨਿਸਟਰੀ ਆਫ ਸੋਸ਼ਲ ਜਸਟਿਸ ਔਰ ਵੈਲਫੇਅਰ ਦੇ ਗਵਰਨਮੈਂਟ ਆਫ ਇੰਡੀਆ ਦੇ ਮੰਤਰੀ ਨੇ, ਉਹਨਾਂ ਨੇ ਗੋਆ ਦੇ ਅੰਦਰ ਇੱਕ ਵੱਡਾ ਫੰਕਸ਼ਨ ਕਰਕੇ ਸਾਡਾ ਸਨਮਾਨ ਕੀਤਾ।
ਜੀ ਬਿਲਕੁਲ, ਤੁਸੀਂ ਸਨਮਾਨ ਦੀ ਗੱਲ ਕੀਤੀ ਹੈ। ਜਿਸ ਤਰ੍ਹਾਂ ਆਪਾਂ ਉਹ ਵੀ ਜਿਹੜਾ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਉਸ ਬਾਰੇ, ਪਹਿਲਾਂ ਆਪਾਂ ਸਕੂਲ ਦੀ ਜ਼ਿਕਰ ਕਰ ਲਈਏ ਵੀ ਕਿਹੜੀ ਕਲਾਸ ਤੱਕ ਸਕੂਲ ਹੈ। ਜਿਹੜੇ ਵੱਡੇ ਬੱਚੇ ਦੀ ਗੱਲ ਕੀਤੀ ਜਾਵੇ, ਜਦੋਂ +2 ਕਰ ਜਾਂਦੇ ਨੇ, ਫਿਰ ਉਹਨਾਂ ਵਾਸਤੇ ਅੱਗੇ ਜਿਹੜਾ ਕੋਈ ਬਲਾਈਂਡ ਬੱਚੇ ਨੇ ਉਹਨਾਂ ਵਾਸਤੇ ਕੀ ਪ੍ਰੋਸੈਸ ਹੁੰਦਾ ਹੈ ਕਿ ਉਹਨਾਂ ਨੂੰ ਅੱਗੇ ਪੜ੍ਹਾਈ ਕਰਾਉਣ ਵਾਸਤੇ ਕਿ ਕਾਲਜ ਵਗੈਰਾ ਵਾਸਤੇ ਕੋਈ ਐਡਮਿਸ਼ਨ ਕਿਵੇਂ ਕਰਦੇ ਹੋ ਫਿਰ? ਦੇਖੋ, ਸਾਨੂੰ ਜ਼ਿਆਦਾ ਫਿਕਰ ਰਹਿੰਦਾ ਗੂੰਗੇ ਬੋਲੇ ਬੱਚਿਆਂ ਦਾ। ਜਿਹੜੇ ਬਲਾਈਂਡ ਬੱਚੇ ਨੇ ਉਹ ਪੜ੍ਹਾਈ ਦੇ ਅੰਦਰ ਬਹੁਤ ਹੁਸ਼ਿਆਰ ਨੇ ਜੀ, ਕਿਉਂਕਿ ਉਹਨਾਂ ਦੀ ਪੂਰੀ ਕਨਸੈਂਟਰੇਸ਼ਨ ਪੜ੍ਹਾਈ ਦੇ ਉੱਤੇ ਰਹਿੰਦੀ ਹੈ। ਉਹ ਸਾਡੇ ਬੱਚੇ ਅੱਜ ਦੀ ਡੇਟ ਦੇ ਅੰਦਰ 3 ਬੱਚੇ ਸਾਡੇ PhD ਕਰ ਰਹੇ ਨੇ ਇਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਔਰ ਉਸ ਤੋਂ ਇਲਾਵਾ ਕਈ ਬੱਚੇ MA MEd MA ਕਰਕੇ ਉਹ ਲੈਕਚਰਰ ਜਾਂ ਸਕੂਲ ਟੀਚਰਸ ਲੱਗੇ ਹੋਏ ਨੇ। ਪਰ ਜਿਹੜੇ ਗੂੰਗੇ ਬੋਲੇ ਬੱਚੇ ਨੇ ਉਹਨਾਂ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹ ਦੁਨੀਆ ਤੋਂ ਵਾਂਝੇ ਨੇ। ਨਾ ਕੋਈ ਵੀ ਬੰਦਾ ਜਿਹਨੂੰ ਉਹਨਾਂ ਦੀ ਸਾਈਨ ਲੈਂਗੁਏਜ ਨਹੀਂ ਆਉਂਦੀ ਉਹ ਉਹਨਾਂ ਨਾਲ ਕਮਿਊਨੀਕੇਟ ਨਹੀਂ ਕਰ ਸਕਦਾ, ਗੱਲਬਾਤ ਨਹੀਂ ਕਰ ਸਕਦਾ। ਤਾਂ ਉਹਨਾਂ ਕਨੀ ਅਸੀਂ ਧਿਆਨ ਦਿੰਦੇ ਹਾਂ। ਉਹਨਾਂ ਨੂੰ ਅਸੀਂ 3 ਗਰੁੱਪਾਂ 'ਚ ਡਿਵਾਈਡ ਕਰਦੇ ਹਾਂ ਜੀ। ਪਹਿਲਾ ਗਰੁੱਪ ਉਹ ਜਿਹੜਾ ਕਿ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਔਰ ਉਹ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ। ਉਹਨਾਂ ਨੂੰ ਅਸੀਂ ਅਲੱਗ-ਅਲੱਗ ਕਾਲਜਾਂ ਦੇ ਅੰਦਰ ਐਡਮਿਸ਼ਨ ਦਿਵਾਉਂਦੇ ਹਾਂ, ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ। ਦੂਸਰਾ ਉਹ ਜਿਹੜੇ ਕਿ ਬਹੁਤ ਗਰੀਬ ਪਰਿਵਾਰ ਦੇ ਨੇ ਔਰ ਉਹ ਕਹਿੰਦੇ ਨੇ ਮਾਂ-ਬਾਪ ਕਿ ਇਹਨਾਂ ਨੂੰ ਜੀ ਤੁਸੀਂ ਨੌਕਰੀ ਦਿਵਾਓ, ਉਹਨਾਂ ਨੂੰ ਅਸੀਂ ਨੌਕਰੀ ਦਿਵਾਉਂਦੇ ਹਾਂ। ਔਰ ਤੀਸਰਾ ਉਹ ਨੇ ਜਿਹੜੇ ਕਿ ਵੋਕੇਸ਼ਨਲ ਟ੍ਰੇਨਿੰਗ ਕੋਈ ਟ੍ਰੇਡ ਸਿੱਖ ਕੇ ਤੇ ਫਿਰ ਉਹ ਕੋਈ ਨਾ ਕੋਈ ਜੌਬ ਲੱਭਦੇ ਨੇ। ਤਾਂ ਇਹਨਾਂ 3 ਕੈਟੇਗਰੀਜ਼ ਦੇ ਅੰਦਰ ਅਸੀਂ ਪੂਰੇ ਬੱਚਿਆਂ ਨੂੰ ਡਿਵਾਈਡ ਕਰਕੇ ਉਹਨਾਂ ਨੂੰ ਸੈਟਲ ਡਾਊਨ ਕਰਦੇ ਹਾਂ। ਤੁਸੀਂ ਜੌਬ ਦੀ ਗੱਲ ਕੀਤੀ ਹੈ ਕਿਉਂਕਿ ਇਹਨਾਂ ਨੇ ਬੱਚਿਆਂ ਨੂੰ ਸਪੈਸ਼ਲ ਤੌਰ ਤੇ ਅੱਗੇ ਜੌਬ ਲੈਣ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ। ਅੱਜ ਕੱਲ੍ਹ ਤਾਂ ਕਾਫੀ ਸਰਕਾਰ ਦੇ ਇਹਦੇ ਕੰਨੀ ਧਿਆਨ ਹੈ। ਸੈਂਟਰਲ ਗਵਰਨਮੈਂਟ ਆਫ ਇੰਡੀਆ ਦੇ ਔਰ ਪੰਜਾਬ ਸਰਕਾਰ ਦੀਆਂ ਵੀ ਰਾਖਵੀਆਂ ਸੀਟਾਂ ਨੇ ਇਹਨਾਂ ਬੱਚਿਆਂ ਦੇ ਲਈ, ਔਰ ਪੂਰੀਆਂ ਸੀਟਾਂ ਹੁਣ ਭਰੀਆਂ ਹੋਈਆਂ ਨੇ ਇਹਨਾਂ ਬੱਚਿਆਂ ਦੀ ਐਮਪਲੋਇਮੈਂਟ ਦੇ ਲਈ। ਔਰ ਐਮਪਲੋਇਮੈਂਟ ਓਪਰਚੁਨਿਟੀ ਸਾਨੂੰ ਇੰਡਸਟਰੀ ਦੇ ਅੰਦਰ ਅੱਜ ਕੱਲ੍ਹ ਬਹੁਤ ਮਿਲ ਰਹੀ ਹੈ ਔਰ ਇਹਦੇ ਅੰਦਰ ਇੰਡਸਟਰੀ ਦੇ ਅੰਦਰ ਕਾਫੀ ਉਤਸ਼ਾਹ ਹੈ ਕਿ ਉਹ ਗੂੰਗੇ ਬੋਲੇ ਔਰ ਨੇਤਰਹੀਨ ਬੱਚਿਆਂ ਨੂੰ ਐਮਪਲੋਏ ਕਰਨ। ਤਾਂ ਖਾਸ ਕਰਕੇ ਜਿਹੜੇ ਫਾਸਟ ਫੂਡ ਜੁਆਇੰਟਸ ਨੇ, ਮਾਲਸ ਨੇ, ਉਹਨਾਂ ਦੇ ਅੰਦਰ ਸਾਡੇ ਬਹੁਤ ਬੱਚੇ ਐਮਪਲੋਇਡ ਨੇ ਔਰ ਬਾਕੀ ਵੀ ਕਈ ਜਗ੍ਹਾ ਦੇ ਉੱਤੇ ਬੱਚੇ ਬਹੁਤ ਸਕਸੈਸਫੁਲੀ ਕੰਮ ਕਰ ਰਹੇ ਨੇ। ਤੁਹਾਡੇ ਸਕੂਲ ਦੇ ਬੱਚਿਆਂ ਦੀ ਗੱਲ ਕੀਤੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਗੂੰਗੇ ਬਹਿਰੇ ਬੱਚੇ ਜਿਹੜੇ ਨੇ ਉਹ ਵੱਖ-ਵੱਖ ਅਦਾਰਿਆਂ ਦੇ ਵਿੱਚ ਜੋਬ ਵੀ ਕਰ ਰਹੇ ਨੇ। ਜਦੋਂ ਤੁਹਾਨੂੰ ਮਿਲਦੇ ਨੇ ਕਿੱਦਾਂ ਫੀਲ ਹੁੰਦਾ ਵੀ ਇਹ ਸਾਡੇ ਸਕੂਲ ਦੇ ਵਿੱਚੋਂ ਬੱਚਾ ਪੜ੍ਹਿਆ ਲਿਖਿਆ ਜਿਹੜਾ ਉਹ ਬਾਹਰ ਗਿਆ ਜਾਂ ਉਹ ਕਿਸੇ ਸਰਕਾਰੀ ਅਦਾਰੇ ਦੇ ਵਿੱਚ ਜਿਹੜਾ ਉਹ ਨੌਕਰੀ ਕਰ ਰਿਹਾ? ਖੈਰ ਦੇਖੋ, ਮੈਂ ਇਹੀ ਦੱਸਣਾ ਚਾਹਾਂਗਾ ਕਿ ਜਦੋਂ ਮਾਂ ਪਿਓ ਬੱਚਾ ਛੋਟਾ ਹੁੰਦਾ ਹੈ 5-6 ਸਾਲ ਦਾ, ਉਦੋਂ ਜਦੋਂ ਬੱਚੇ ਨੂੰ ਇੱਥੇ ਐਡਮਿਸ਼ਨ ਲਈ ਲੈ ਕੇ ਆਉਂਦੇ ਹਨ ਤਾਂ ਉਹ ਕਹਿੰਦੇ ਨੇ ਜੀ ਕਿ ਇਹ ਤਾਂ ਸਾਡੇ ਉੱਤੇ ਇੱਕ ਲਾਇਬਿਲਿਟੀ ਹੈ ਕਿ ਇਹਨੇ ਕਿਹੜਾ ਸਾਨੂੰ ਕੋਈ ਕਮਾਈ ਕਰਕੇ ਦੇਣਾ ਹੈ ਤੇ ਆਹ ਬੱਚਾ ਤੁਸੀਂ ਸੰਭਾਲੋ, ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਇਹਦੇ ਨਾਲ ਕੀ ਕਰਨਾ ਹੈ ਔਰ ਕਿਵੇਂ ਕਰਨਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਉਹ ਮਾਂ ਪਿਓ ਇੱਥੇ ਸਾਲ ਦੇ ਬਾਅਦ ਆਉਂਦੇ ਨੇ ਬੱਚੇ ਨੂੰ ਘਰ ਲਿਜਾਣ ਦੇ ਲਈ ਔਰ ਉਹ ਦੇਖਦੇ ਨੇ ਕਿ ਬੱਚਾ ਇੰਨਾ ਤੇਜ਼ ਹੋ ਗਿਆ, ਇੰਨਾ ਸ਼ਾਰਪ ਹੋ ਗਿਆ ਹੈ ਔਰ ਜਿਵੇਂ ਨਾਰਮਲ ਬੱਚੇ ਲਿਖਾਈ ਪੜ੍ਹਾਈ ਕਰਦੇ ਨੇ ਉਵੇਂ ਇਹ ਲਿਖਾਈ ਪੜ੍ਹਾਈ ਕਰਦਾ ਹੈ, ਤਾਂ ਫਿਰ ਉਹਨਾਂ ਦੇ ਦਿਲ ਦੇ ਅੰਦਰ ਰਹਿਮ ਆਉਂਦਾ ਹੈ ਔਰ ਇਹ ਬੱਚਿਆਂ ਨੂੰ ਇੱਕ ਚੰਗੀ ਜ਼ਿੰਦਗੀ ਮਿਲਣ ਦਾ, ਬਤੀਤ ਕਰਨ ਦਾ ਮੌਕਾ ਮਿਲਦਾ ਹੈ। ਸੋ ਬਿਲਕੁਲ ਜਿਸ ਤਰ੍ਹਾਂ ਕਰਨਲ ਕਮਿੰਦਰ ਸਿੰਘ ਜੀ ਨੇ ਗੱਲਬਾਤ ਕੀਤੀ ਹੈ ਕਿ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਜਿਹੜਾ ਸਿੱਖਿਆ ਜਿਹੜੀ ਹੈ ਪ੍ਰਦਾਨ ਕਰ ਰਹੇ ਨੇ। ਕਰਨਲ ਜੀ, ਜਿਸ ਤਰ੍ਹਾਂ ਗੱਲ ਕੀਤੀ ਜਾਵੇ ਸਕੂਲ ਦੀ, ਆਪਾਂ ਗੱਲ ਕਰ ਰਹੇ ਜਿਵੇਂ ਤੁਸੀਂ ਗੋਆ ਗਏ, ਤੁਸੀਂ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਤੁਹਾਡਾ ਸਨਮਾਨ ਵੀ ਕੀਤਾ ਇਹਨਾਂ ਦੀ ਐਕਟੀਵਿਟੀ ਨੂੰ ਦੇਖਦੇ ਹੋਏ। ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਹੋਰ ਕਿਹੜੀਆਂ ਸੰਸਥਾਵਾਂ ਨੇ ਜਾਂ ਸਰਕਾਰ ਹੈ ਕਿਹਨਾਂ ਵੱਲੋਂ ਜਿਹੜਾ ਸਕੂਲ ਨੂੰ ਸਨਮਾਨ ਕੀਤਾ ਗਿਆ? ਦੇਖੋ, ਇਸ ਸੰਸਥਾ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ ਹੈ ਐਜ਼ ਦਾ ਬੈਸਟ NGO ਆਫ ਪੰਜਾਬ ਜੀ। ਔਰ ਫਿਰ 2015 ਦੇ ਅੰਦਰ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਇਸ ਸੰਸਥਾ ਨੂੰ ਦਿੱਲੀ ਦੇ ਅੰਦਰ ਰਾਸ਼ਟਰਪਤੀ ਭਵਨ ਦੇ ਅੰਦਰ ਸਨਮਾਨਿਤ ਕੀਤਾ
ਐਜ਼ ਦਾ ਬੈਸਟ NGO ਆਫ ਇੰਡੀਆ। ਜੀ ਔਰ ਉਸ ਤੋਂ ਬਾਅਦ ਦੁਬਾਰਾ 2020 ਦੇ ਅੰਦਰ 2-3 ਸਾਲ ਪਹਿਲਾਂ ਦੁਬਾਰਾ ਸਾਨੂੰ ਸਨਮਾਨਿਤ ਕੀਤਾ ਗਿਆ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਐਜ਼ ਦਾ ਬੈਸਟ ਸਪੈਸ਼ਲ ਸਕੂਲ ਇਨ ਇੰਡੀਆ। ਜੀ ਤਾਂ ਸਾਡੀ ਇਹ ਸਭ ਤੋਂ ਵੱਡੀ ਉਪਲਬਧੀ ਇਹੀ ਹੈ ਕਿ ਸਰਕਾਰ ਨੇ ਵੀ ਸਾਡਾ ਜਿਹੜਾ ਕੰਮ ਹੈ ਉਹਨੂੰ ਸ਼ਲਾਘਾਯੋਗ ਸਮਝਿਆ ਹੈ ਔਰ ਸਾਨੂੰ ਉਹ ਸਨਮਾਨ ਦਿੱਤਾ ਹੈ। ਜੀ ਇਸ ਤੋਂ ਇਲਾਵਾ ਜਿਹੜੇ ਲੋਕਲ NGOs ਔਰ ਬਹੁਤ ਸਾਰੀਆਂ ਸੰਸਥਾਵਾਂ ਨੇ ਉਹ ਤਾਂ ਰੋਜ਼ ਆ ਕੇ ਇੱਥੇ ਸਨਮਾਨ ਦਾ ਫੰਕਸ਼ਨ ਕਰਦੀਆਂ ਨੇ, ਕਿਉਂਕਿ ਇੱਥੋਂ ਦਾ ਸਾਡਾ ਮਾਹੌਲ ਇਹੋ ਜਿਹਾ ਬਣਿਆ ਹੋਇਆ ਹੈ, ਇਹੋ ਜਿਹਾ ਸਾਡਾ ਵਧੀਆ ਸਕੂਲ ਬਣਿਆ ਹੋਇਆ ਹੈ ਕਿ ਹਰ ਕੋਈ ਇਹਦੀ ਪ੍ਰਸ਼ੰਸਾ ਕਰਦਾ ਹੈ। ਜੀ ਬਿਲਕੁਲ, ਜਿਸ ਤਰ੍ਹਾਂ ਸਰਕਾਰ ਦੀ ਗੱਲ ਕੀਤੀ ਹੈ, ਸਰਕਾਰ ਦਾ ਫਾਈਨੈਂਸ਼ੀਅਲ ਤੌਰ ਤੇ ਵੀ ਤੁਹਾਡੇ ਉੱਪਰ ਜਿਹੜਾ ਹੱਥ ਰਹਿੰਦਾ ਹੈ, ਕਿਉਂਕਿ ਮਦਦ ਕੀਤੀ ਜਾਂਦੀ ਹੈ ਸਰਕਾਰ ਵੱਲੋਂ, ਕਿਉਂਕਿ ਹਜੇ ਬੱਚਿਆਂ ਨੂੰ ਕਿਹੜਾ ਅੱਗੇ ਲੈ ਕੇ ਜਾਣ ਵਾਸਤੇ ਵੀ ਜਿਹੜਾ ਸਰਕਾਰ ਹੈ ਬਹੁਤ ਜਿਹੜਾ ਹੱਥ ਪਿੱਛੇ ਖਿੱਚਦੀ ਹੈ। ਕੋਈ ਸਰਕਾਰ ਵੀ ਮਦਦ ਕਰਦੀ ਹੈ ਜਾਂ ਨਹੀਂ? ਦੇਖੋ, ਤੁਸੀਂ ਇਹ ਸਵਾਲ ਪੁੱਛਿਆ ਹੈ ਔਰ ਇਹਦਾ ਜਵਾਬ ਇਹ ਹੈ ਕਿ ਸਾਨੂੰ ਪਹਿਲੀ ਗ੍ਰਾਂਟ ਗਵਰਨਮੈਂਟ ਆਫ ਇੰਡੀਆ ਦੀ 50 ਸਾਲ ਦੇ ਬਾਅਦ ਮਿਲੀ ਸੀ। ਅੱਛਾ ਜੀ। ਔਰ ਉਸ ਤੋਂ ਪਹਿਲਾਂ ਜਿੰਨਾ ਵੀ ਸਕੂਲ ਇਹ ਚੱਲਿਆ ਹੈ ਉਹ ਪੂਰਾ ਪੂਰਾ ਦਾਨ ਪੁੰਨ ਦੇ ਨਾਲ ਔਰ ਸਾਡੀ ਮਿਹਨਤ ਦੇ ਨਾਲ ਜਿਹੜਾ ਅਸੀਂ ਪੈਸਾ ਇਕੱਠਾ ਕਰਦੇ ਸੀ ਉਹਦੇ ਨਾਲ ਚੱਲਿਆ। ਜਦੋਂ ਹੁਣ ਸਾਨੂੰ ਗ੍ਰਾਂਟ ਮਿਲੀ ਹੈ ਉਹ ਵੀ ਬਹੁਤ ਥੋੜੀ ਗ੍ਰਾਂਟ ਮਿਲਦੀ ਹੈ। ਸਾਡਾ ਜਿੰਨਾ ਖਰਚਾ ਹੈ ਉਹਦਾ ਸਿਰਫ ਤਕਰੀਬਨ 15 ਤੋਂ 17% ਗ੍ਰਾਂਟ ਮਿਲਦੀ ਹੈ। ਬਾਕੀ ਦੀ ਹਲੇ ਵੀ ਸਾਨੂੰ ਪੂਰੀ ਜਿਹੜੀ ਰਾਸ਼ੀ ਹੈ ਉਹ ਆਪ ਜਨਰੇਟ ਕਰਨੀ ਪੈਂਦੀ ਹੈ ਦਾਨ ਦੇ ਥਰੂ ਇਹਨਾਂ ਸਕੂਲ ਨੂੰ ਚਲਾਉਣ ਦੇ ਲਈ। ਜੀ ਬਿਲਕੁਲ। ਔਰ ਮੈਂ ਇਹੀ ਕਹਾਂਗਾ ਕਿ ਸਾਨੂੰ ਘਾਟ ਨਹੀਂ ਹੈ, ਪਰ ਸਾਡੇ ਦਿਲ ਸਾਫ਼ ਨੇ ਔਰ ਇਸ ਕਰਕੇ ਸਾਨੂੰ ਜਿਹੜਾ ਦਾਨ ਹੈ ਇਹ ਦਾਨ ਆ ਰਿਹਾ ਹੈ। ਔਰ ਕਈ ਸੰਤ ਮਹਾਤਮਾ ਸਾਡੇ ਸਕੂਲ ਦੇ ਨਾਲ ਜੁੜੇ ਹੋਏ ਨੇ, ਉਹ ਬੱਚਿਆਂ ਨੂੰ ਆ ਕੇ ਆਸ਼ੀਰਵਾਦ ਵੀ ਦਿੰਦੇ ਨੇ ਔਰ ਮਾਇਆ ਵੀ ਉਹ ਦਾਨ ਕਰਦੇ ਨੇ। ਦੂਸਰਾ ਮੈਂ ਕਹਾਂਗਾ ਕਿ ਜਿਹੜਾ ਇਹ ਸੰਤਾਂ ਦੀ ਆਸ਼ੀਰਵਾਦ ਹੈ ਉਹ ਵੀ ਇੱਕ ਬਹੁਤ ਵੱਡਾ ਮਾਇਨੇ ਰੱਖਦੀ ਹੈ ਸਾਡੇ ਲਈ ਔਰ ਉਹ ਬੱਚਿਆਂ ਨੂੰ ਦੇ ਲਈ ਸਾਨੂੰ ਬਹੁਤ ਸੇਵਾ ਕਰਦੇ ਨੇ। ਕਰਨਾ, ਜਿਸ ਤਰ੍ਹਾਂ ਅਸੀਂ ਹੋਸਟਲ ਦੀ ਗੱਲ ਕਰ ਰਹੇ ਸੀ ਵੀ ਹੋਸਟਲ ਦੇ ਵਿੱਚ ਜਿਹੜੇ ਬੱਚੇ ਨੇ ਉਹ ਰਹਿੰਦੇ ਨੇ, ਜਦੋਂ ਪਰਿਵਾਰ ਵਾਲੇ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਨੇ, ਜਦੋਂ ਤੁਹਾਡੇ ਸਕੂਲ ਦੇ ਵਿੱਚ ਪਹਿਲੇ ਟਾਈਮ ਜਦੋਂ ਬੱਚਾ ਛੱਡ ਕੇ ਜਾਂਦੇ ਨੇ ਤਾਂ ਉਹ ਬੱਚਾ ਐਕਟਿਵ ਨਹੀਂ ਹੁੰਦਾ। ਜਦੋਂ ਬੱਚਾ ਪੜ੍ਹਦਾ ਤਾਂ ਹੋਸਟਲ ਦੇ ਵਿੱਚ ਪਹੁੰਚਦਾ ਹੈ ਤਾਂ ਪਰਿਵਾਰ ਵਾਲੇ ਮਿਲਣ ਵਾਸਤੇ ਆਉਂਦੇ ਨੇ ਤਾਂ ਬੜੀ ਖੁਸ਼ੀ ਮਹਿਸੂਸ ਕਰਦੇ ਨੇ, ਤਾਂ ਉਹ ਪ੍ਰੋਸੈਸ ਕੀ ਹੁੰਦਾ ਹੈ ਤੇ ਕਿਵੇਂ ਜਿਹੜਾ ਉਹਨਾਂ ਨੂੰ ਤੁਸੀਂ ਜਿਹੜਾ ਅੱਗੇ ਪ੍ਰੋਸੈਸ ਕਰਵਾਉਂਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪਾਸ ਇੱਥੇ ਤਕਰੀਬਨ 80% ਬੱਚੇ ਨੇ ਉਹ ਬਹੁਤ ਹੀ ਗਰੀਬ ਪਰਿਵਾਰਾਂ ਦੇ ਨੇ ਔਰ ਬੇਸਿਕਲੀ ਪਿੰਡਾਂ ਤੋਂ ਇੱਥੇ ਆਉਂਦੇ ਨੇ ਬੱਚੇ ਸਾਡੇ ਕੋਲੇ। ਔਰ ਤਾਂ ਸਾਡਾ ਪਹਿਲਾ ਮਕਸਦ ਤਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਪੜ੍ਹਾਈ ਦੇ ਨਾਲ ਹੀ ਉਹਨਾਂ ਨੂੰ ਹਾਈਜੀਨ, ਸੈਨੀਟੇਸ਼ਨ, ਕਲੀਨਲੀਨੈਸ ਔਰ ਕਿਵੇਂ ਉਹਨਾਂ ਨੇ ਇੱਕ ਆਪਣੇ ਘਰ ਦੇ ਵਿੱਚ ਜਾ ਕੇ ਬਦਲਾਅ ਕਰਨਾ ਹੈ ਉਹ ਵੀ ਸਿਖਾਉਣਾ। ਔਰ ਇਸੇ ਕਰਕੇ ਅਸੀਂ ਇੱਥੇ ਬੱਚਿਆਂ ਨੂੰ ਇਹ ਐਕਟੀਵਿਟੀ ਹੋਸਟਲ ਦੇ ਅੰਦਰ, ਕਲਾਸਾਂ ਦੇ ਅੰਦਰ, ਸਾਰੇ ਕਿਤੇ ਬਹੁਤ ਇੱਕ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ ਇਹ ਐਕਟੀਵਿਟੀ ਸਿਖਾਉਂਦੇ ਹਾਂ। ਜਿਹੜੀ ਮੇਟਰਨ ਹੈ ਉਹ ਬੱਚਿਆਂ ਦੇ ਨਾਲ ਸੌਂਦੀ ਹੈ ਔਰ ਉਹਨਾਂ ਦਾ ਹਰ ਇੱਕ ਤਰ੍ਹਾਂ ਦਾ ਉਹਨਾਂ ਦੇ ਨਾਲ ਖਿਆਲ ਰੱਖਦੀ ਹੈ। ਅਸੀਂ ਬੱਚਿਆਂ ਨੂੰ ਹੋਸਟਲ ਦੇ ਅੰਦਰ ਆਪਣੇ ਬੈੱਡ ਨੂੰ ਚੰਗੀ ਤਰ੍ਹਾਂ ਬਣਾਉਣਾ, ਆਪਣੀ ਸੰਭਾਲ ਕਰਨੀ, ਇਹ ਚੀਜ਼ਾਂ ਵੀ ਅਸੀਂ ਉਹਨਾਂ ਨੂੰ ਪੂਰੀਆਂ ਨਾਲ ਹੀ ਸਿਖਾਉਂਦੇ ਹਾਂ। ਸਾਡਾ ਜਿਹੜਾ ਡਾਈਨਿੰਗ ਹਾਲ ਹੈ ਉਹ ਵੀ ਇੱਕ ਬੇਮਿਸਾਲ ਡਾਈਨਿੰਗ ਹਾਲ ਅਸੀਂ ਬਣਾਇਆ ਬੱਚਿਆਂ ਦੇ ਲਈ, ਜਿੱਥੇ ਬੈਠ ਕੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਬ੍ਰੇਕਫਾਸਟ, ਰਿਫਰੈਸ਼ਮੈਂਟ 11:30 ਵਜੇ, ਲੰਚ, ਸ਼ਾਮ ਨੂੰ 4:30 ਵਜੇ ਦੀ ਚਾਹ ਔਰ ਰਾਤ ਦਾ ਖਾਣਾ ਉੱਥੇ ਬੈਠ ਕੇ ਉਹ ਖਾਂਦੇ ਨੇ। ਸਾਡਾ ਉਦੇਸ਼ ਇਹੀ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਉਹ ਚੀਜ਼ਾਂ ਸਿਖਾਈਏ ਜਿਹੜੀਆਂ ਕਿ ਇੱਕ ਚੰਗੇ ਵੈਲ ਟੂ ਡੂ ਪਰਿਵਾਰ ਦੇ ਬੱਚੇ ਕਰਦੇ ਹਨ ਔਰ ਉਹ ਸਿੱਖਦੇ ਹਨ। ਔਰ ਸਾਨੂੰ ਖੁਸ਼ੀ ਹੈ ਕਿ ਜਦੋਂ ਇਹ ਬੱਚੇ ਆਪਣੇ ਘਰ ਜਾਂਦੇ ਹਨ ਤਾਂ ਆਪਣੇ ਬੱਚਿਆਂ ਨੂੰ, ਆਪਣੇ ਮਾਤਾ ਪਿਤਾ ਨੂੰ ਦੱਸਦੇ ਹਨ ਕਿ ਸਾਡਾ ਸਕੂਲ ਤਾਂ ਤੁਹਾਡੇ ਘਰ ਦੇ ਨਾਲੋਂ ਕਿਤੇ ਜ਼ਿਆਦਾ ਸਾਫ਼ ਹੈ। ਔਰ ਉਹ ਫਿਰ ਆਪਣੇ ਮਾਤਾ ਪਿਤਾ ਦੀ ਮਦਦ ਕਰਦੇ ਹਨ ਕਿ ਉਹਨਾਂ ਦਾ ਬਾਥਰੂਮ ਸਾਫ਼ ਹੋਵੇ, ਉਹਨਾਂ ਦੀ ਲੈਟਰਿਨ ਸਾਫ਼ ਹੋਵੇ
ਉਹਨਾਂ ਦਾ ਜਿਹੜਾ ਬੈੱਡ ਹੈ ਉਹ ਠੀਕ ਤਰ੍ਹਾਂ ਬਣਿਆ ਹੋਵੇ। ਔਰ ਇਹਨਾਂ ਚੀਜ਼ਾਂ ਦੇ ਅੰਦਰ ਫਿਰ ਜਦੋਂ ਘਰ ਜਾ ਕੇ ਬੱਚੇ ਇਸ ਚੀਜ਼ ਨੂੰ ਆਪਣੇ ਪੇਰੈਂਟਸ ਨੂੰ ਸਿਖਾਉਂਦੇ ਹਨ ਤਾਂ ਉਦੋਂ ਫਿਰ ਪੇਰੈਂਟਸ ਨੂੰ ਪਤਾ ਲੱਗਦਾ ਹੈ ਕਿ ਨਹੀਂ, ਇਹ ਬੱਚਾ ਵੀ ਸਾਡਾ ਬਾਕੀ ਦੇ ਬੱਚਿਆਂ ਵਰਗਾ ਹੀ ਹੈ ਔਰ ਇਹ ਵੀ ਇੱਕ ਦਿਨ ਸਾਡੇ ਨਾਲ ਕਮਾਊ ਪੁੱਤ ਬਣੇ। ਤਾਂ ਕਰਨਾ ਜੀ, ਤੁਸੀਂ ਦੱਸਿਆ ਵੀ ਬੱਚਿਆਂ ਨੂੰ ਜਿਹੜਾ ਹੋਸਟਲ ਦੇ ਵਿੱਚ ਆਹ ਚੀਜ਼ਾਂ ਜਿਹੜੀਆਂ ਨੇ ਸੁਵਿਧਾ ਦਿੱਤੀਆਂ ਜਾਂਦੀਆਂ ਨੇ। ਸਪੋਰਟਸ ਦੀ ਗੱਲ ਕੀਤੀ ਜਾਵੇ, ਅੱਜ ਕੱਲ੍ਹ ਜਿਹੜਾ ਬੱਚਿਆਂ ਦਾ ਰੁਝਾਨ ਹੈ ਸਪੋਰਟਸ ਵੱਲ ਜਿਹੜਾ ਘਟਦਾ ਜਾ ਰਿਹਾ, ਫੋਨਾਂ ਵੱਲ ਜਿਹੜੇ ਨੇ ਬੱਚੇ ਜ਼ਿਆਦਾ ਜਿਹੜਾ ਹੁੰਦੇ ਨੇ, ਕਿ ਤੁਹਾਡੇ ਵੱਲੋਂ ਬੱਚਿਆਂ ਨੂੰ ਸਪੋਰਟਸ ਵੱਲ ਜਿਹੜਾ ਪ੍ਰੇਰਿਤ ਕੀਤਾ ਜਾਂਦਾ ਹੈ? ਸਪੋਰਟਸ ਦੇ ਵਿੱਚ ਸਾਡੇ ਪਾਸ ਬਹੁਤ ਵੱਡੀ ਫੈਸਿਲਿਟੀ ਹੈ। ਪੰਜਾਬੀ ਯੂਨੀਵਰਸਿਟੀ ਨੇ ਸਾਨੂੰ ਦੱਸਿਆ ਹੋਇਆ ਹੈ ਕਿ ਸਾਡੇ ਬੱਚੇ ਉੱਥੇ ਕਿਸੇ ਵੀ ਟਾਈਮ ਆ ਕੇ ਕਿਸੇ ਵੀ ਸਪੋਰਟ ਦੇ ਅੰਦਰ ਹਿੱਸਾ ਲੈ ਸਕਦੇ ਹਨ ਔਰ ਉਹਨਾਂ ਦੇ ਕੋਚ ਹਮੇਸ਼ਾ ਤਿਆਰ ਹੁੰਦੇ ਹਨ ਸਾਡੇ ਬੱਚਿਆਂ ਨੂੰ ਸਿਖਾਉਣ ਦੇ ਲਈ ਔਰ ਗਾਈਡੈਂਸ ਦੇਣ ਦੇ ਲਈ। ਔਰ ਇਹਦੇ ਨਤੀਜੇ ਦੇ ਨਾਲ ਸਾਡੇ ਡੈਫ ਸਕੂਲ ਦੇ 5-6 ਬੱਚੇ ਜਿਹੜੀਆਂ ਕਿ ਡੈਫ ਓਲੰਪਿਕਸ ਹੁੰਦੀਆਂ ਉਹਨਾਂ ਦੇ ਅੰਦਰ ਗੋਲਡ ਮੈਡਲ, ਸਿਲਵਰ ਮੈਡਲ ਔਰ ਬ੍ਰੌਂਜ਼ ਮੈਡਲ ਲੈ ਕੇ ਆਏ ਹਨ। ਸਾਡੇ ਸਕੂਲ ਦੇ ਬੱਚੇ ਚਾਈਨਾ, ਟਰਕੀ, ਬ੍ਰਾਜ਼ੀਲ ਔਰ ਕਈ ਹੋਰ ਵਿਦੇਸ਼ਾਂ ਦੇ ਅੰਦਰ ਗਏ ਨੇ ਇੰਡੀਅਨ ਟੀਮ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਔਰ ਉੱਥੋਂ ਇਹ ਪੂਰੇ ਮੈਡਲ ਹਾਸਲ ਕਰਕੇ ਆਏ ਹਨ। ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇੱਕ ਸਕੂਲ ਦੇ ਵਿੱਚੋਂ ਇੰਨਾ ਯੋਗਦਾਨ ਦਿੱਤਾ ਜਾ ਰਿਹਾ ਹੈ ਸਪੋਰਟਸ ਐਕਟੀਵਿਟੀ ਦੇ ਅੰਦਰ ਕਿ ਉੱਥੇ ਜਾ ਕੇ ਹਿੰਦੁਸਤਾਨ ਦਾ ਨਾਮ ਵੀ ਪੂਰਾ ਚਮਕਾਉਂਦੇ ਨੇ। ਜੀ ਬਿਲਕੁਲ ਕਰਨਾ ਜੀ, ਇਸ ਤਰ੍ਹਾਂ ਅਸੀਂ ਸਪੋਰਟਸ ਦੀ ਗੱਲ ਕੀਤੀ ਹੈ ਕਿਉਂਕਿ ਅੱਜ ਕੱਲ੍ਹ ਦੀ ਗੱਲ ਕੀਤੀ ਹੈ ਕਿਉਂਕਿ ਬੱਚੇ ਜਿਹੜੇ ਨੇ ਲਾਇਬ੍ਰੇਰੀ ਵੱਲ ਬੜਾ ਜਿਹਾ ਪ੍ਰੇਰਿਤ ਹੁੰਦੇ ਨੇ, ਲਾਇਬ੍ਰੇਰੀ ਦੇ ਵਿੱਚ ਬੈਠ ਕੇ ਕਿਤਾਬਾਂ ਪੜ੍ਹਨੀਆਂ, ਨਿਊਜ਼ਪੇਪਰ ਪੜ੍ਹਨਾ। ਕਿ ਬੱਚੇ ਵੀ ਲਾਇਬ੍ਰੇਰੀ ਦੇ ਵਿੱਚ ਆ ਕੇ ਇਹ ਕੁਝ ਪੜ੍ਹਦੇ ਨੇ, ਕਿਤਾਬਾਂ ਪੜ੍ਹਦੇ ਨੇ, ਜਾਂ ਫਿਰ ਕੀ ਨਾਮ ਹੈ ਲਾਇਬ੍ਰੇਰੀ ਦੀ ਗੱਲ ਕੀਤੀ ਜਾਵੇ ਜਾਂ ਨਿਊਜ਼ਪੇਪਰ ਵਗੈਰਾ? ਦੇਖੋ, ਜਿੱਥੇ ਆਪਾਂ ਹੁਣ ਬੈਠੇ ਹਾਂ ਇਹ ਬਲਾਈਂਡ ਬੱਚਿਆਂ ਦੀ ਲਾਇਬ੍ਰੇਰੀ ਹੈ ਔਰ ਅਚੰਭੇ ਦੀ ਗੱਲ ਇਹ ਹੈ ਕਿ ਬਲਾਈਂਡ ਬੱਚੇ ਦੇਖ ਨਹੀਂ ਸਕਦੇ ਕਿ ਕਿੰਨੀ ਸ਼ਾਨਦਾਰ ਅਸੀਂ ਇਹਨਾਂ ਨੂੰ ਲਾਇਬ੍ਰੇਰੀ ਦਿੱਤੀ ਹੈ ਜਿਹੜੀ ਕਿ ਕਿਸੇ ਇੱਕ ਚੰਗੇ ਨਾਰਮਲ ਸਕੂਲ ਦੇ ਵਿੱਚ ਵੀ ਨਹੀਂ ਹੋਏਗੀ ਇਹ ਸਟੈਂਡਰਡ ਦੀ ਲਾਇਬ੍ਰੇਰੀ। ਔਰ ਬੱਚੇ ਇੱਥੇ ਆ ਕੇ ਪੜ੍ਹਦੇ ਨੇ, ਪੂਰੀਆਂ ਕਿਤਾਬਾਂ ਦੇ ਅੰਦਰ ਇੰਟਰਸਟ ਲੈਂਦੇ ਨੇ ਔਰ ਇਵੇਂ ਹੀ ਡੈਫ ਸਕੂਲ ਦੀ ਅਲੱਗ ਲਾਇਬ੍ਰੇਰੀ ਹੈ ਜਿੱਥੇ ਅਸੀਂ ਪੂਰੀ ਜਿਹੜੀ ਇਹੋ ਜਿਹੀ ਲਾਇਬ੍ਰੇਰੀ ਹੈ, ਇਸ ਤੋਂ ਛੋਟੀ ਲਾਇਬ੍ਰੇਰੀ ਹੈ, ਜਿਹੜੇ ਕਿ ਬੱਚੇ ਉੱਥੇ ਆ ਕੇ ਆਪਣੇ ਫ੍ਰੀ ਟਾਈਮ ਦੇ ਅੰਦਰ ਕਈ ਜਨਰਲ ਨੌਲੇਜ ਦੀਆਂ ਕਿਤਾਬਾਂ ਪੜ੍ਹਦੇ ਨੇ ਔਰ ਆਪਣੀ ਨੌਲੇਜ ਨੂੰ ਉਹ ਅੱਗੇ ਵਧਾਉਂਦੇ ਹਨ। ਜੀ ਬਿਲਕੁਲ ਕਰਨਾ ਜੀ, ਜਿਸ ਤਰ੍ਹਾਂ ਲਾਸਟ ਵੱਲ ਦੀ ਗੱਲ ਕੀਤੀ ਜਾਵੇ ਕਿਉਂਕਿ ਸਮਾਂ ਬਹੁਤ ਜਿਹੜਾ ਥੋੜ੍ਹਾ ਰਹਿ ਚੁੱਕਿਆ, ਲਾਸਟ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਹ ਬੜਾ ਜਿਹੜਾ ਹੈ ਦੁਰਘਾਤ ਲੱਗ ਜਾਂਦੇ ਨੇ ਬੱਚੇ ਨੂੰ ਵੀ, ਹਾਂ ਇਹ ਬੱਚਾ ਪੈਦਾ ਹੋ ਗਿਆ, ਸੁਣਦਾ ਨਹੀਂ, ਇਹ ਬੋਲਦਾ ਨਹੀਂ, ਇਹ ਗੂੰਗਾ, ਇਹ ਬਹਿਰਾ ਹੈ, ਵੀ ਇਹਨੂੰ ਜਿਹੜਾ ਹੁਣ ਸਮਾਜ ਦੇ ਵਿੱਚ ਜਿਹੜਾ ਨਹੀਂ ਰਹਿਣ ਦਿੱਤਾ ਜਾਵੇਗਾ। ਕੋਈ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ, ਉਹਨਾਂ ਵਾਸਤੇ ਕੀ ਮੈਸੇਜ ਆ ਖਾਸ ਤੌਰ ਤੇ? ਦੇਖੋ, ਮੈਂ ਇਹੀ ਮੈਸੇਜ ਦੇਵਾਂਗਾ ਪਰਿਵਾਰਾਂ ਨੂੰ ਕਿ ਇਹ ਬੱਚੇ ਤੁਹਾਡੇ ਉੱਤੇ ਬੋਝ ਨਹੀਂ ਗਏ। ਇਹ ਬੱਚੇ ਜਿਵੇਂ ਤੁਹਾਡੇ ਦੂਸਰੇ ਬੱਚੇ ਨੇ ਉਹਨਾਂ ਦੇ ਨਾਲ ਦੇ ਹੀ ਨੇ ਔਰ ਇਹ ਬੱਚੇ ਵੀ ਉਹਨਾਂ ਹੀ ਪੜ੍ਹਨਗੇ ਜਿੰਨਾ ਕਿ ਤੁਹਾਡੇ ਬੱਚੇ ਦੂਸਰੇ ਬੱਚੇ ਪੜ੍ਹਨਗੇ। ਔਰ ਜਦੋਂ ਮਾਂ ਪਿਓ ਦੇਖਦੇ ਨੇ ਕਿ ਹਾਂ ਬਿਲਕੁਲ ਜੋ ਮੈਂ ਹੁਣ ਇਹ ਕਹਿ ਰਿਹਾ ਕਿ ਇਹ ਬਿਲਕੁਲ ਸੱਚ ਹੈ, ਤਾਂ ਫਿਰ ਉਹਨਾਂ ਬੱਚਿਆਂ ਦੀ ਜਿਹੜੀ ਤਕਦੀਰ ਹੈ ਉਹ ਉੱਤੇ ਵੱਧਦੀ ਹੈ ਔਰ ਮਾਤਾ ਪਿਤਾ ਵੀ ਪੂਰਾ ਇੰਟਰਸਟ ਲੈਂਦੇ ਨੇ ਕਿ ਹਾਂ ਇਹ ਬੱਚੇ ਨੂੰ ਅਸੀਂ ਨੌਕਰੀ ਦਵਾਈਏ, ਇਹਨੂੰ ਅਸੀਂ ਕੁਝ ਸਿਖਾਈਏ। ਔਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਪੇਰੈਂਟਸ ਬਾਰ-ਬਾਰ ਸਾਨੂੰ ਆ ਕੇ ਆਪਣੇ ਬੱਚੇ ਦੇ ਬਾਰੇ ਪੁੱਛਦੇ ਨੇ ਕਿ ਜੀ ਪੜ੍ਹ ਰਿਹਾ, ਠੀਕ ਹੋ ਰਿਹਾ, ਕਿੰਨੇ ਨੰਬਰ ਆਏ ਨੇ, ਕੀ ਉਹਦੀ ਪੋਜੀਸ਼ਨ ਹੈ, ਅੱਗੇ ਨੂੰ ਇਹ ਕੀ ਕਰੇਗਾ। ਔਰ ਅਸੀਂ ਆਪਣੇ ਉਹਨਾਂ ਪੇਰੈਂਟਸ ਨੂੰ ਪੂਰੀ ਸਿਖਲਾਈ ਦਿੰਦੇ ਹਾਂ। ਅਸੀਂ ਇਸ ਵਿਸ਼ੇ ਦੇ ਵਿੱਚ ਹਰ ਸ਼ਨੀਵਾਰ ਨੂੰ ਪੇਰੈਂਟਸ ਨੂੰ ਕਹਿੰਦੇ ਹਾਂ ਕਿ ਤੁਸੀਂ ਇੱਥੇ 1 ਘੰਟੇ ਲਈ ਆਓ ਔਰ ਇਹਨਾਂ ਬੱਚਿਆਂ ਦੀ ਭਾਸ਼ਾ ਸਿੱਖੋ। ਆਪਣੇ ਦੇਸ਼ ਦੇ ਅੰਦਰ ਇਹ ਚੀਜ਼ ਨਹੀਂ ਹੁੰਦੀ ਕਿ ਜਿਹੜੇ ਪੇਰੈਂਟਸ ਨੇ ਉਹ ਗੂੰਗੇ ਬੋਲੇ ਬੱਚਿਆਂ ਦੀ ਭਾਸ਼ਾ ਨਹੀਂ ਸਿੱਖਦੇ, ਤਾਂ ਉਹ ਸਾਈਨ ਲੈਂਗੁਏਜ ਔਰ ਉਹ ਉਹਨਾਂ ਨਾਲ ਕਮਿਊਨੀਕੇਟ ਨਹੀਂ ਕਰ ਸਕਦੇ। ਪਰ ਅਸੀਂ ਇਸ ਚੀਜ਼ ਦੇ ਅੰਦਰ ਵੀ ਬੜਾ ਸਟ੍ਰੈਸ ਦਿੰਦੇ ਹਾਂ
ਔਰ ਬਹੁਤ ਸਾਰੇ ਪੇਰੈਂਟਸ ਆ ਕੇ ਇੱਥੇ ਸਾਈਨ ਲੈਂਗੁਏਜ ਬੱਚਿਆਂ ਦੀ ਸਿੱਖ ਕੇ ਫਿਰ ਉਹ ਬੱਚਿਆਂ ਦੇ ਨਾਲ ਕਮਿਊਨੀਕੇਟ ਕਰਦੇ ਹਨ। ਤੁਸੀਂ ਦੇਖੋ ਕਿ ਘਰ ਦੇ ਅੰਦਰ ਜੇ ਕਿਸੇ ਬੱਚੇ ਦੇ ਢਿੱਡ ਦਰਦ ਹੋ ਰਿਹਾ ਜਾਂ ਉਹ ਬਿਮਾਰ ਹੋ ਗਿਆ ਹੈ, ਉਹਨੂੰ ਕੋਈ ਤਰੀਕਾ ਨਹੀਂ ਹੈ ਕਿ ਉਹ ਆਪਣੇ ਪੇਰੈਂਟਸ ਨੂੰ ਕਿਵੇਂ ਸਮਝਾਵੇ, ਜਦੋਂ ਕਿ ਇੱਥੇ ਉਹ ਹਰ ਇੱਕ ਚੀਜ਼ ਸਾਨੂੰ ਸਮਝਾ ਸਕਦਾ। ਅਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ, ਅਸੀਂ ਉਹਦੇ ਨਾਲ ਹੱਸਦੇ ਹਾਂ, ਖੇਡਦੇ ਹਾਂ ਜਿਵੇਂ ਨੋਰਮਲ ਬੱਚਿਆਂ ਦੇ ਨਾਲ। ਤਾਂ ਇਹ ਚੀਜ਼ ਹੈ ਜਿਹੜੀ ਕਿ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੈ। ਮਿਲਾਨੇ ਆ ਤੁਹਾਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਰੇਨੂ ਸਿੰਗਲਾ ਜੀ ਤੋਂ, ਜਾਣਦੇ ਆ ਸਕੂਲ ਦੇ ਬੱਚਿਆਂ ਦੇ ਬਾਰੇ ਤੇ ਕਿਸ ਤਰ੍ਹਾਂ ਦਾ ਬੱਚਿਆਂ ਦਾ ਰਹਿਣ ਸਹਿਣ ਹੈ ਤੇ ਨਾਲ ਹੀ ਪੜ੍ਹਾਈ ਦੇ ਬਾਰੇ। ਮੇਰਾ ਨਾਮ ਰੇਨੂ ਸਿੰਗਲਾ ਹੈ। ਮੈਂ ਸੁਸਾਇਟੀ ਫॉर ਵੈਲਫੇਅਰ ਆਫ ਦੀ ਹੈਂਡੀਕੈਪ ਜਿਹੜੀ ਸੰਸਥਾ ਹੈ ਇਹ 1967 ਤੋਂ ਚੱਲ ਰਹੀ ਹੈ। ਮੈਂ ਐਜ਼ ਅ ਪ੍ਰਿੰਸੀਪਲ ਇਸ ਸਕੂਲ ਵਿੱਚ ਪਿਛਲੇ 25 ਸਾਲਾਂ ਤੋਂ ਸੇਵਾ ਨਿਭਾ ਰਹੀ ਹਾਂ। ਇਸ ਸਕੂਲ ਵਿੱਚ ਅਸੀਂ 3 ਤਰ੍ਹਾਂ ਦੇ ਬੱਚਿਆਂ ਨਾਲ ਡੀਲ ਕਰਦੇ ਹਾਂ। One is Patiala School for the Deaf, second one is Patiala School for the Blind, and the third category is Patiala School for the Deaf Blind. ਇਹਦੇ ਵਿੱਚ ਸਾਡੇ ਕੋਲ ਅਰਾਊਂਡ 415 ਦੇ ਕਰੀਬ ਬੱਚੇ ਆ 3 ਕੈਟਾਗਰੀਜ਼ ਵਿੱਚ, ਔਰ ਤਿੰਨਾਂ ਨੂੰ ਪੜ੍ਹਾਉਣ ਲਈ ਸਾਡੇ ਕੋਲ 40 ਦੇ ਕਰੀਬ ਸਪੈਸ਼ਲ ਐਜੂਕੇਟਰ ਹੈ ਔਰ ਜਿਹਦੇ ਵਿੱਚ 30 ਦੇ ਕਰੀਬ ਸਾਡੇ ਕੋਲ ਹੈਲਪਰਸ ਹੈ। ਔਰ ਇਹ ਜਿਹੜਾ ਸਕੂਲ ਹੈ ਇਹ ਰੈਜ਼ੀਡੈਂਸ਼ੀਅਲ ਹੈ, ਕੋ ਐਜੂਕੇਸ਼ਨ ਸਕੂਲ ਹੈ। ਸਕੂਲ ਦਾ ਜਿਹੜਾ ਮੋਟਿਵ ਹੈ ਇਹਨਾਂ ਨੂੰ ਐਜੂਕੇਟ ਕਰਨਾ, ਇਹਨਾਂ ਨੂੰ ਰੀਹੈਬਿਲਿਟੇਟ ਕਰਨਾ। ਸਾਡੇ ਕੋਲ ਤਕਰੀਬਨ ਹਰ ਸਾਲ 50 ਦੇ ਕਰੀਬ ਨਵੇਂ ਬੱਚੇ ਐਡਮਿਸ਼ਨ ਲੈਂਦੇ ਆ ਔਰ 50 ਦੇ ਕਰੀਬ ਹੀ ਸਾਡੇ ਕੋਲ ਚਲੇ ਜਾਂਦੇ ਆ +2 ਪਾਸ ਕਰਕੇ। ਔਰ ਇਸ ਸਕੂਲ ਦੀਆਂ ਜਿਹੜੀਆਂ ਐਜੂਕੇਸ਼ਨਲ ਐਕਟੀਵਿਟੀਜ਼ ਹੈ, ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਕਰਿਕੂਲਮ ਐਕਟੀਵਿਟੀਜ਼ ਵੀ ਇਹਨਾਂ ਨੂੰ ਪਾਰਟਿਸਿਪੇਟ ਕਰਵਾਉਂਦੇ ਹਾਂ। ਇਹਨਾਂ ਦਾ ਜਿਹੜਾ ਡਿਸਿਪਲਿਨ ਹੈ ਉਹ ਵੀ ਮੇਨਟੇਨ ਕਰਦੇ ਹਾਂ। ਇਹਨਾਂ ਨੂੰ ਕਲੀਨਿੰਗ, ਹਾਈਜੈਨਿਕ, ਇਹਨਾਂ ਦੀ ਜਿਹੜੀ ਪਰਸਨਲ ਇਹਨਾਂ ਦੀ ਜਿਹੜੀ ਗਰੋਥ ਹੈ ਉਹਦੇ ਵਿੱਚ ਅਸੀਂ ਪੂਰੀ ਡਿਵੈਲਪਮੈਂਟ ਕਰਦੇ ਹਾਂ। ਸਾਡਾ ਜਿਹੜਾ ਮੋਟਿਵ ਹੈ ਸਕੂਲ ਦਾ ਕਿ ਅਸੀਂ ਓਵਰਆਲ ਇਹਨਾਂ ਦੀ ਪੂਰੀ ਪਰਫਾਰਮੈਂਸ ਦਿਖਾਈਏ ਤਾਂ ਕਿ ਬੱਚੇ ਕਿਸੇ ਨਾ ਕਿਸੇ ਫੀਲਡ ਵਿੱਚ ਜਾ ਕੇ ਇਹ ਆਪਣੀ ਅਚੀਵਮੈਂਟ ਦਿਖਾਣ। ਕਿਉਂਕਿ +2 ਜਾਂ 10th ਤੱਕ ਆਉਂਦੇ ਸਾਨੂੰ ਪਤਾ ਚੱਲ ਜਾਂਦਾ ਇਸ ਬੱਚੇ ਦਾ ਕੀ ਇੰਟਰਸਟ ਹੈ, ਉਹਦੇ ਅਕੋਰਡਿੰਗਲੀ ਅਸੀਂ ਇਹਨਾਂ ਨੂੰ ਅੱਗੇ ਗਾਈਡ ਕਰਦੇ ਰਹਿੰਦੇ ਹਾਂ। ਈਵਨ +2 ਤੋਂ ਬਾਅਦ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਬੱਚੇ ਸਾਡੇ ਨਾਲ ਜੁੜੇ ਰਹਿਣ ਔਰ ਉਹ ਸਾਰੀਆਂ ਐਕਟੀਵਿਟੀ ਸਾਡੇ ਨਾਲ ਚੱਲਦੀਆਂ ਰਹਿੰਦੀਆਂ। ਸਪੋਰਟਸ ਐਕਟੀਵਿਟੀਜ਼ ਹੈ ਇਹਨਾਂ ਦੀ, ਕਰਿਕੂਲਮ ਵਿੱਚ ਖੇਡਾਂ ਦੀ ਐਕਟੀਵਿਟੀਜ਼ ਹੈ, ਡਾਂਸ ਦੀ ਐਕਟੀਵਿਟੀ ਹੈ, ਮਹਿੰਦੀ ਮੇਕਿੰਗ ਦੀ ਹੈਗੀ ਐਕਟੀਵਿਟੀ। ਜਦੋਂ ਕਰਵਾ ਚੌਥ ਦਾ ਦਿਨ ਆਉਂਦਾ ਤਾਂ ਮੇਰੇ ਹੀ ਬੱਚੇ ਯੂਨੀਵਰਸਿਟੀ ਵਿੱਚ ਜਾ ਕੇ ਕੁੜੀਆਂ ਨੂੰ ਕਰਵਾ ਚੌਥ ਦੇ ਉੱਪਰ ਮਹਿੰਦੀ ਵਗੈਰਾ ਲਗਾ ਕੇ ਆਉਂਦੇ ਆ ਤੇ ਕਾਫੀ ਸਾਡੀ ਅਰਨਿੰਗ ਹੋ ਜਾਂਦੀ ਹੈ ਉਹਦੇ ਵਿੱਚ ਵੀ। ਉਹ ਪ੍ਰੋਜੈਕਟ ਵੀ ਅਸੀਂ ਡੀਲ ਕਰਦੇ ਹਾਂ। ਉਹਦੇ ਵਿੱਚ ਸਾਨੂੰ ਸੋਸ਼ਲ ਵਰਕ ਡਿਪਾਰਟਮੈਂਟ ਦੇ ਬੱਚੇ ਵੀ ਡੀਲ ਕਰਦੇ ਆ, ਸਪੋਰਟ ਕਰਦੇ ਆ। ਔਰ ਇਹ ਜਿਹੜਾ ਸਕੂਲ ਹੈ ਪੂਰਾ ਚੈਰੀਟੇਬਲ ਸਕੂਲ ਹੈ। ਸੰਸਥਾ ਜਿਹੜੀ ਹੈ ਪੂਰੀ ਚੈਰਿਟੀ ਦੇ ਉੱਪਰ ਚੱਲਦੀ ਹੈ, ਪਰ ਪਰਮਾਤਮਾ ਵੱਲੋਂ ਲੋਕਾਂ ਦੀ ਇੰਨੀ ਸਪੋਰਟ ਹੈ, ਸਾਨੂੰ ਕਦੀ ਕਮੀ ਆਈ ਹੀ ਨਹੀਂ। ਜਿੰਨੇ ਵੀ ਲੋਕ ਆਉਂਦੇ ਇੱਥੋਂ ਖੁਸ਼ ਹੋ ਕੇ ਜਾਂਦੇ ਕਿਉਂਕਿ ਸਾਡਾ ਜਿਹੜਾ ਐਟਮੋਸਫੀਅਰ ਹੈ ਬੜਾ ਹਾਈਜੈਨਿਕ ਐਟਮੋਸਫੀਅਰ ਹੈ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇਸ ਸਕੂਲ ਨੂੰ ਇੱਕ YPS ਸਕੂਲ ਦੇ ਤਰ੍ਹਾਂ ਅਸੀਂ ਬਣਾ ਕੇ ਰੱਖੀਏ। ਇਸ ਲਈ ਸਾਡੇ ਵੱਲੋਂ ਕੋਈ ਵੀ ਕਮੀ ਨਹੀਂ ਹੈ ਇਸ ਸਕੂਲ ਵਿੱਚ। ਇਸ ਸਕੂਲ ਦੇ ਜਿਹੜੇ ਮੇਨ ਫਾਊਂਡਰ ਹੈ ਉਹ ਸਾਡੇ ਕਰਨਲ ਸਾਹਿਬ ਹੈ। ਉਹਨਾਂ ਦੇ ਜਿਹੜੇ ਫਾਦਰ ਹੈ ਸਰਦਾਰ ਅਮਰ ਸਿੰਘ ਕੰਬੋਜ, ਉਹ ਇਸ ਸਕੂਲ ਦੇ ਫਾਊਂਡਰ ਰਹੇ ਹੈ ਅਤੇ ਕਰਨਲ ਸਾਹਿਬ ਇੱਥੇ ਦੇ ਸੈਕਟਰੀ ਐਸੇ ਕੰਮ ਕਰ ਰਹੇ ਆ ਔਰ ਉਹਨਾਂ ਦੀ ਸਾਨੂੰ ਬਹੁਤ ਹੀ ਸਪੋਰਟ ਹੈ। ਜਦੋਂ ਸਾਡੇ ਲੀਡਰ, ਕਮਾਂਡਿੰਗ ਆਫਿਸਰ ਅੱਛੇ ਹੋਣ ਤਾਂ ਇੱਕ ਟੀਮ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੀ ਹੈ। ਤਾਂ ਇਸੇ ਤਰ੍ਹਾਂ ਹੀ ਸਾਡਾ ਇਹ ਵਾਲਾ ਸਿਸਟਮ ਚੱਲ ਰਿਹਾ ਹੈ। ਕਰਨਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅਜਿਹੀ ਜਿਹੜੀ ਹੈ ਜਾਣਕਾਰੀ ਜਿਹੜੀ ਹੈ ਸਾਡੇ ਚੜ੍ਹਦੀ ਕਲਾ ਟਾਈਮ TV ਦੇ ਮਾਧਿਅਮ ਰਾਹੀਂ ਸਾਂਝੀ ਕੀਤੀ ਹੈ। ਜਿਹੜੇ ਸਪੈਸ਼ਲ ਬੱਚੇ ਨੇ
ਐਂਡ ਬਲਾਈਂਡ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਇੱਕ ਸੁਨੇਹਾ ਦਿੱਤਾ ਵੀ ਇਹ ਬੱਚਿਆਂ ਨੂੰ ਜਿਹੜਾ ਬੋਝ ਨਾਲ ਸਮਝਿਆ ਜਾਵੇ। ਔਰ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਇਹ ਸਕੂਲ ਦੇ ਲਈ ਆ ਕੇ ਇਹ ਰਿਕਾਰਡਿੰਗ ਕੀਤੀ ਤਾਂ ਕਿ ਇਹਦਾ ਸੁਨੇਹਾ ਬਹੁਤ ਦੂਰ ਦੂਰ ਤੱਕ ਪਹੁੰਚ ਸਕੇ। ਧੰਨਵਾਦ ਜੀ, ਬਹੁਤ 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 ਸ਼ੁਕਰੀਆ ਤੁਹਾਡਾ ਜੀ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਵਾਂਗੇ। ਪ੍ਰੋਗਰਾਮ ਆਓ ਗੱਲਾਂ ਕਰੀਏ ਦੇ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।